ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਆਤਮ ਰਾਮ ਪਰਗਾਸ ਗੁਰ ਤੇ ਹੋਵੇ, ਹਉਮੈ ਮੈਲ ਲਾਗੀ ਗੁਰ ਸ਼ਬਦੈ ਖੋਵੈ। ਆਤਮ ਰਾਮ ਪਰਗਾਸ ਗੁਰ ਤੇ ਹੋਵੇ, ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ। ਮਨ ਨਿਰਮਲ ਅਣਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਨਿਆ। ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 123 ਉੱਪਰ ਸੁਭਾਏਮਾਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਹਨਾਂ ਸ਼ਬਦਾਂ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਆਤਮ ਰਾਮ ਪਰਗਾਸ ਗੁਰ ਤੇ ਹੋਵੇ। ਮਨੁੱਖ ਦੇ ਅੰਦਰ ਜਿਹੜੀ ਆਤਮਿਕ ਸ਼ਕਤੀ ਹੈ, ਮਨੁੱਖ ਦੇ ਅੰਦਰ ਜਿਹੜੇ ਪਰਮੇਸ਼ਰ ਦੇ ਦਿੱਤੇ ਹੋਏ ਗੁਣ ਹਨ, ਅੰਗਰੇਜ਼ੀ ਵਿੱਚ ਇਹਨੂੰ ਟੈਲੈਂਟ ਕਹਿ ਦਿੰਦੇ ਹੈ ਕਿ ਮਨੁੱਖ ਦੇ ਅੰਦਰ ਕਿਹੜਾ ਟੈਲੈਂਟ ਹੈ। ਭਾਵ ਮਨੁੱਖ ਦੇ ਅੰਦਰ ਪਰਮੇਸ਼ਰ ਨੇ ਅਲੱਗ-ਅਲੱਗ ਗੁਣ ਰੱਖੇ ਹੈ ਅਤੇ ਉਹਨਾਂ ਗੁਣਾਂ ਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਉਹਨਾਂ ਗੁਣਾਂ ਦਾ ਉਸਤਾਦ ਚਾਹੀਦਾ। ਪੜ੍ਹੇ ਲਿਖੇ ਬੱਚੇ ਦੇ ਅੰਦਰ ਕਿਤਨਾ ਗਿਆਨ ਪ੍ਰਗਟ ਹੋ ਜਾਂਦਾ ਹੈ, ਅਨਪੜ੍ਹ ਦੇ ਅੰਦਰ ਨਹੀਂ ਹੁੰਦਾ। ਕਾਰਨ ਕਿ ਉਹ ਉਸਤਾਦ ਕੋਲੇ, ਮਾਸਟਰ ਕੋਲੇ, ਗੁਰੂ ਕੋਲੇ ਗਿਆ ਨਹੀਂ ਅਤੇ ਉਹ ਚਲਿਆ ਗਿਆ। ਉਹਦੇ ਅੰਦਰ ਅਨੇਕਾਂ ਖੋਜਾਂ ਚੱਲ ਸਕਦੀਆਂ। ਜਿਹੜਾ ਨਹੀਂ ਗਿਆ ਉਸਤਾਦ ਕੋਲੇ, ਹੈ ਤਾਂ ਉਹਦੇ ਅੰਦਰ ਵੀ ਸਭ ਕੁਝ, ਪਰ ਕਿਸੇ ਨੇ ਪ੍ਰਗਟ ਨਹੀਂ ਕੀਤਾ। ਜਿਹੜੇ ਮਾਸਟਰ ਉਸਤਾਦ ਹਨ ਉਹ ਸੰਸਾਰੀ ਵਿੱਦਿਆ ਮਨੁੱਖ ਦੇ ਅੰਦਰੋਂ ਪ੍ਰਗਟ ਕਰ ਦਿੰਦੇ ਆ। ਇਸੇ ਤਰ੍ਹਾਂ ਹੀ ਅਧਿਆਤਮਿਕ ਸ਼ਕਤੀਆਂ ਜਿਹੜੀਆਂ ਹਨ, ਇਹਨਾਂ ਨੂੰ ਪ੍ਰਗਟ ਕਰਨ ਵਾਸਤੇ ਵੀ ਗੁਰੂ ਦੀ ਲੋੜ ਹੈ। ਰੱਖੀਆਂ ਸਭ ਦੇ ਅੰਦਰ ਹੈ। ਧੰਨ ਧੰਨ ਸ੍ਰੀ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ। ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਚਾਰ ਵਸਤੂਆਂ ਲੈ ਕੇ, ਚਾਰ ਪਦਾਰਥ ਲੈ ਕੇ ਜੀਵ ਨੇ ਦੁਨੀਆ ਵਿੱਚ ਜਨਮ ਲਿਆ। ਸ਼ਿਵ ਸ਼ਕਤੀ ਪਰਮੇਸ਼ਰ ਦੀ ਮਾਇਆ, ਸ਼ਕਤੀ ਮਾਇਆ ਹੈ, ਸ੍ਰਿਸ਼ਟੀ ਹੈ, ਸ਼ਿਵ ਪਰਮੇਸ਼ਰ ਹੈ। ਇਸ ਪਰਮੇਸ਼ਰ ਦੀ ਸ੍ਰਿਸ਼ਟੀ ਵਿੱਚ ਆ ਗਿਆ। ਕਹਿੰਦੇ ਉਹਨੇ ਇੱਥੇ ਆ ਕੇ ਜੇ ਆਪਣੇ ਉਹਨਾਂ ਚਾਰਾਂ ਵਸਤੂਆਂ ਨੂੰ ਸੰਭਾਲ ਕੇ ਰੱਖੇ ਤਾਂ ਬਹੁਤ ਵਧੀਆ ਗੱਲ ਹੈ, ਪਰ ਜੇ ਇੱਥੇ ਆ ਕੇ ਗਵਾ ਲੈਂਦਾ ਹੈ ਤਾਂ ਫਿਰ ਆਪਣਾ ਜੀਵਨ ਬਰਬਾਦ, ਜਨਮ ਖਤਮ ਕਰ ਲੈਂਦਾ ਹੈ, ਖਰਾਬ ਕਰ ਲੈਂਦਾ। ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। शिव शक्ति कर वासा पाया, एक विसारे ता पिड़ हारे, अंधले नाम विसारा है।
ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਮਨੁੱਖ ਨੇ ਤਾਂ ਸ਼੍ਰੋਮਣੀ ਚੀਜ਼ ਪਰਮੇਸ਼ਰ ਦਾ ਨਾਮ ਹੀ ਛੱਡ ਦਿੱਤਾ। ਤੇ ਮਨੁੱਖ ਦੇ ਅੰਦਰ ਗੁਰੂ ਪਿਆਰਿਓ ਇਹ ਸਾਰੇ ਜਿਹੜੇ ਗੁਣ ਹਨ, ਇਹਨਾਂ ਨੂੰ ਜਿੱਥੇ ਸੰਸਾਰੀ ਮਾਇਆ ਦੇ ਗੁਣਾਂ ਨੂੰ ਸੰਸਾਰੀ ਉਸਤਾਦ ਪ੍ਰਗਟ ਕਰਦੇ ਹੈ, ਉੱਥੇ ਅਧਿਆਤਮਕ ਗੁਣਾਂ ਨੂੰ ਗੁਰੂ ਪ੍ਰਗਟ ਕਰਦਾ ਹੈ। ਪਰ ਇਹਦੇ ਨਾਲ ਇੱਕ ਹੋਰ ਵੀ ਗੱਲ ਹੈ ਕਿ ਪਰਮੇਸ਼ਰ ਦਾ ਸਿਮਰਨ ਕਰਿਆਂ ਵੀ ਸੰਸਾਰ ਦੇ ਅਨੇਕਾਂ ਗਿਆਨ ਨੂੰ ਮਨੁੱਖ ਦੇ ਅੰਦਰ ਪ੍ਰਗਟ ਕੀਤਾ ਜਾਂਦਾ ਹੈ। ਸਿਮਰਨ ਜਿਹੜਾ ਹੈ ਇਹ ਮਨੁੱਖ ਦੇ ਦਿਮਾਗ ਨੂੰ, ਮਨੁੱਖ ਦੇ ਗਿਆਨ ਨੂੰ ਪ੍ਰਗਟ ਕਰਦਾ। ਆਤਮ ਪ੍ਰਗਾਸ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ। ਜਿਹੜਾ ਸਾਡੀ ਆਤਮਾ ਦੇ ਅੰਦਰ ਪਰਮੇਸ਼ਰ ਹੈ ਉਹਨੂੰ ਵੀ ਪ੍ਰਗਾਸ ਪ੍ਰਗਟ ਕਰਦਾ ਹੈ ਗੁਰੂ। ਜਿਸ ਤਰ੍ਹਾਂ ਗੁਰੂ ਪਿਆਰਿਓ ਭਗਤਾਂ ਨੇ ਸਿਮਰਨ ਕੀਤਾ, ਭਜਨ ਕੀਤਾ ਤੇ ਉਹਨਾਂ ਦੇ ਅੰਦਰੋਂ ਉਹ ਗਿਆਨ ਪ੍ਰਗਟ ਹੋ ਗਿਆ। ਧੰਨੇ ਭਗਤ ਨੇ ਦੂਸਰੇ ਭਗਤਾਂ ਦੀ ਰੀਸ ਕਰਕੇ ਭਜਨ ਕੀਤਾ, ਸਿਮਰਨ ਕੀਤਾ ਤੇ ਉਹਨਾਂ ਦੇ ਅੰਦਰੋਂ ਵੀ ਪਰਮੇਸ਼ਰ ਆਤਮ ਰਾਮ ਪਰਮੇਸ਼ਰ ਪ੍ਰਗਟ ਹੋ ਗਿਆ। ਜਿਹੜਾ ਧੰਨੇ ਦੇ ਨਾਲ ਦੂਸਰਾ ਕੰਮ ਕਰਾਉਂਦਾ ਹੈ ਉਹ ਅਸਲ ਵਿੱਚ ਉਹਦੀ ਆਤਮਾ ਹੀ ਪਰਮਾਤਮਾ ਬਣ ਕੇ ਸਾਹਮਣੇ ਆ ਗਈ। ਗੁਰਬਾਣੀ ਵਿੱਚੋਂ ਬਚਨ ਪੜਾਂਗੇ ਆਪਾਂ, ਜੈ ਦੇਵ ਜੈ ਦੇਵ ਕੋ ਰਮਿਆ। ਜੈ ਦੇਵ ਇੱਕ ਬ੍ਰਾਹਮਣ ਹੋਇਆ, ਪੰਡਤ ਹੋਇਆ ਤੇ ਉਸ ਦੇ ਲਿਖੇ ਹੋਏ ਗ੍ਰੰਥ ਨੂੰ ਸੰਪੂਰਨ ਕਰਨ ਵਾਸਤੇ ਉਹਦੇ ਘਰ ਉਹਦੀ ਆਤਮਾ ਨੇ ਹੀ ਪਰਮਾਤਮਾ ਬਣ ਕੇ ਪ੍ਰਗਟ ਕੀਤਾ, ਕਰਨਾ ਕੀਤਾ ਤੇ ਪੂਰਾ ਕੀਤਾ। ਜੈ ਦੇਵ ਦਾ ਹੀ ਰੂਪ ਧਾਰ ਕੇ ਆਇਆ ਸੀ ਨਾ। ਧੰਨੇ ਦੇ ਨਾਲ ਰਹਿਣ ਵਾਲਾ ਧੰਨੇ ਦਾ ਹੀ ਰੂਪ ਧਾਰ ਕੇ ਆਇਆ। ਕਬੀਰ ਸਾਹਿਬ ਦੇ ਘਰੇ ਲੰਗਰ ਲਾਉਣ ਵਾਲਾ ਕਬੀਰ ਦੇ ਰੂਪ 'ਚ ਹੀ ਆਇਆ। ਇਹਦਾ ਮਤਲਬ ਜਿਹੜਾ ਪਰਮੇਸ਼ਰ ਅਸੀਂ ਕਹਿੰਦੇ ਆ, ਜਿਸ ਨੂੰ ਅਸੀਂ ਰਾਮ ਕਹਿੰਦੇ ਆ, ਰੱਬ ਕਹਿੰਦੇ ਆ, ਖੁਦਾ ਕਹਿੰਦੇ ਆ, ਅਸਲ ਵਿੱਚ ਉਹ ਤੁਹਾਡੀ ਆਤਮਾ ਹੀ ਆ। ਕਬੀਰ ਸਾਹਿਬ ਜੀ ਨੇ ਲੋਹੇ 'ਤੇ ਲਕੀਰ ਪਾਉਂਦਿਆਂ ਹੋਇਆਂ ਕਿਹਾ, ਸੱਤ ਹੈ ਸੱਤ ਕਰ ਬਾਚਾ ਜਾਣ, ਆਤਮਾ ਰਾਮ ਲੇਹੋ ਪ੍ਰਵਾਨ। ਪ੍ਰਵਾਨ ਹੁੰਦਾ ਹੈ ਮੰਨ ਲਓ, ਇਹ ਗੱਲ ਪੱਕੀ ਮੰਨ ਲਓ ਕਿ ਆਤਮਾ ਹੀ ਰਾਮ ਹੈ। ਹੁਣ ਇਹਨੂੰ ਪ੍ਰਗਟ ਕੌਣ ਕਰੇ? ਪ੍ਰਗਾਸ ਭਾਵ ਪ੍ਰਗਟ। ਇਹਨੂੰ ਪ੍ਰਗਟ ਕੌਣ ਕਰੇਗਾ? ਗੁਰੂ। ਗੁਰੂ ਨੇ ਹੀ ਆਪਣੇ ਸਿੱਖਾਂ ਦੇ ਅੰਦਰ, ਸਿੰਘਾਂ ਦੇ ਅੰਦਰ ਕਿੰਨੀ ਕਿੰਨੀ ਸ਼ਕਤੀ ਪ੍ਰਗਟ ਕਰ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਭਾਵ ਸਾਡੀ ਆਤਮਿਕ ਸ਼ਕਤੀ ਬਹੁਤ ਜ਼ਿਆਦਾ ਹੈ, ਪਰ ਉਹ ਹਜੇ ਗੁਪਤ ਪਈ ਹੈ। ਜਿਸ ਤਰ੍ਹਾਂ ਕੋਈ ਦੀਵਾ ਤੇਲ ਪਾਇਆ, ਬੱਤੀ ਪਾਈ ਹੈ, ਜਿੰਨਾ ਚਿਰ ਉਹਨੂੰ ਕੋਈ ਚੱਕ ਕੇ ਜਗਾ ਨਹੀਂ ਦਿੰਦਾ ਉਹਨਾਂ ਚਿਰ ਪ੍ਰਕਾਸ਼ ਨਹੀਂ ਹੁੰਦਾ। ਉਹਦੇ ਵਿੱਚ ਹੀ ਪ੍ਰਕਾਸ਼ ਪਿਆ, ਗੁਪਤ ਹੈ, ਪਰ ਉਹਨੂੰ ਕੋਈ ਪ੍ਰਗਟ ਕਰਨ ਵਾਲਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਸਾਡੀ ਆਤਮਾ ਜਿਹੜੀ, ਇਹਦੀ ਪਾਵਰ ਬਹੁਤ ਜ਼ਿਆਦਾ ਹੈ। ਜਿਨ੍ਹਾਂ ਨੇ ਗੁਰੂ ਦੀ ਸ਼ਰਨ ਲੈ ਲਈ, ਗੁਰੂ ਤੋਂ ਗਿਆਨ ਲੈ ਲਿਆ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਲਹਿਣਾ ਜੀ ਆਏ, ਇੱਕ ਆਮ ਦੁਕਾਨਦਾਰ, ਪਰ ਜਦੋਂ ਬਾਬੇ ਨਾਨਕ ਜੀ ਦੀ ਸ਼ਰਨ ਵਿੱਚ ਰਹਿਣ ਲੱਗੇ ਤੇ ਉਹਨਾਂ ਨੇ ਉਹਨਾਂ ਦੇ ਅੰਦਰੋਂ ਉਹ ਆਤਮਿਕ ਸ਼ਕਤੀਆਂ ਪ੍ਰਗਟ ਕਰਤੀਆਂ, ਅਧਿਆਤਮਿਕ ਸ਼ਕਤੀਆਂ ਪ੍ਰਗਟ ਕਰਤੀਆਂ, ਔਰ ਉਹ ਸੰਸਾਰ ਨੂੰ ਤਾਰਨ ਦੇ ਕਾਬਲ ਕਰ ਦਿੱਤੇ। ਆਪਣਾ ਰੂਪ ਬਣਾ ਲਿਆ, ਭਾਵ ਆਪਣੇ ਵਾਲੀ ਪਾਵਰ ਉਹਨਾਂ ਵਿੱਚੋਂ ਵੀ ਪ੍ਰਗਟ ਕਰ ਦਿੱਤੀ। ਇਹਨਾਂ ਦੀ ਸ਼ਰਨ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਆਏ, ਜਿਹੜੇ ਕਿ 60-65 ਸਾਲ ਦੀ ਉਮਰ ਤੱਕ ਗੰਗਾ ਦੇ ਯਾਤਰੀ ਰਹੇ, ਗੰਗਾ ਜਾਂਦੇ ਰਹੇ, ਕੋਈ ਫਰਕ ਨਹੀਂ ਪਿਆ, ਕੋਈ ਬਦਲਾਅ ਨਹੀਂ ਆਇਆ ਜ਼ਿੰਦਗੀ 'ਚ। ਇੱਕ ਰਾਹ ਰਵੀਰਾ ਰੀਤੀ ਰਿਵਾਜ ਦੀ ਤਰ੍ਹਾਂ ਜਿਵੇਂ ਹਿੰਦੂ ਲੋਕ ਗੰਗਾ 'ਤੇ ਜਾਂਦੇ ਸਨ, ਉਵੇਂ ਇਹ ਵੀ ਜਾਂਦੇ ਰਹੇ। ਪਰ ਇੱਕ ਦਿਨ ਬ੍ਰਹਮਚਾਰੀ ਜਾਂਦਾ ਜਾਂਦਾ ਚੋਟ ਕਰ ਗਿਆ। ਕਹਿੰਦਾ, ਅਮਰਦਾਸ ਤੇਰਾ ਗੁਰੂ ਕੌਣ ਹੈ? ਤੇ ਕਹਿੰਦੇ, ਗੁਰੂ ਦੀ ਕੀ ਲੋੜ ਹੈ, ਆਪਾਂ ਤਾਂ ਗੰਗਾ ਦੇ ਯਾਤਰੀ, ਆਪਣਾ ਤਾਂ ਉਧਾਰ ਗੰਗਾ ਕਰੇਗੀ। ਤੇ ਉਸੇ ਵੇਲੇ ਉਹ ਬ੍ਰਹਮਚਾਰੀ ਚੋਟ ਕਰਕੇ ਚਲਿਆ ਗਿਆ ਵੀ ਤੂੰ ਹਜੇ ਗੁਰੂ ਵਾਲਾ ਨਹੀਂ ਬਣਿਆਗਾ, ਤੂੰ ਹਜੇ ਨਗੁਰਾ ਹੈ। ਇਹ ਵੀ ਮਾਨੋ ਉਹਨਾਂ ਦੇ ਅੰਦਰੋਂ ਉਸ ਆਤਮ ਗਿਆਨ ਨੂੰ ਪ੍ਰਗਟ ਕਰਨ ਦੀ ਪਹਿਲੀ ਚੋਟ ਸੀ। ਔਰ ਇਹ ਚੋਟ ਲੱਗਦਿਆਂ ਹੀ ਸਤਿਗੁਰੂ ਅਮਰਦਾਸ ਜੀ ਨੂੰ ਫਿਰ
चितवनी लगी, सारी रात नींद नहीं आई। बंदे नूं गुरु वाले बनना चाहिए, क्योंकि ब्रह्मचारी जे तां रुक जांदा इन्नी गल करके फिर तां गल शायद आई गई हो जाती। ब्रह्मचारी जांदा जांदा तकड़ी चोट कर गया, कहना अमरदास तू हजे गुरु वाला नहीं बनिया, मैं तेरे को एक मिनट भी नहीं रुकदा, हुण मैं तो अपनी यात्रा का फल ही खराब कर लिया, मैं चलिया। जिथे कि उन्हें रहिंदा अद्धी रात उन्हां दे घर आराम करना सी, तड़के जाना सी, दिन चढ़े, पर अद्धी रात नूं हनेरे भी चलिया गया। तो गुरु अमरदास जी ने सोचिया भी वाकया कोई वड्डी गल है, बंदे नूं गुरु वाले बनना चाहिए। गुरु तो बगैर बंदे दे अंदर वो आत्म राम जिहड़ा परमेश्वर है वो प्रगट नहीं हुंदा। आत्म राम मनुख के अंदर जिहड़े परमेश्वर ने गुण रखे ने, नानक निर्गुण गुण करे गुणवंतियां गुण दे, वो परमेश्वर जिहड़ा है औगण हारियां विचों भी गुण प्रगट कर दिंदा। धन धन श्री गुरु अमरदास महाराज जी ने 22 मंजियां जिहड़ियां थापियां, जिहड़े उन्हां मंजियां ते बिठाए सिख, वो कैसे कैसे सी भला, जमा भोले भाले, जमा सीधे साधे, सच्चन सच, जिहड़ा जमा ही सीधा बंदा सीगा, लकड़ा ढोंदा सी जंगलों चों लिया के गुरु घर दे लंगर वास्ते लैके आउंदा। लंबी सेवा की उसने, ते जिस वेले गुरु प्यारिओ घटना घटी ते गुरु अमरदास जी ने वो सच्चन सच ते अपनी कृपा कर दी ते उस नूं ब्रह्म ज्ञानी बना दिता। की है यह? आत्म राम नूं प्रकाश करना, भाव प्रगट करना। किसी दे अंदर कई बारी सियाणे बंदे, मास्टर पढ़े लिखे बंदे किसी बच्चे नूं वेख के, उहदियां हरकतां वेख के, उहदियां कम्मां नूं देख के, गल्लां नूं देख के कहंदे आ भी इहदे विच आ टैलेंट है, इहनूं प्रगट किया जा सकदा जे इहनूं उस्ताद मिल जावे। को सतनाम श्री खिडारियां दे विचों भी गुरु प्यारे उन्हां बच्चिआं दे अंदर वो गुणां नूं उन्हां दे कोच जिहड़े आ प्रगट कर दिंदे आ। अगे जाके वो जिहड़े बच्चे हैं बहुत उच्चियां तरक्कियां प्राप्त करते हैं, पर गुरु की कृपा नाल, गुरु की कृपा तो बगैर कुछ नहीं बनता। वो संसार के गुण है वो भी जिहड़े उस्तादां तो मिलते हैं, उस्ताद प्रगट करता है, तो अध्यात्मक गुण है ये भी गुरु प्रगट करता है। तो गुरु किवें प्रगट करता है, अगे पढ़िए। आत्म राम प्रगास गुर ते होवै, जिहड़ा साडी आत्मा दे विच परमेश्वर की पावर है, आत्मा दे विच जिहड़ी शक्ति है। जिवें गुरु अमरदास जी की गल करिए, जदों गुरु बन गए, गुरु बन तो बाद वो बौली साहब की सेवा कराउण लगे, बौली साहब की पटाई हो गई, पानी के नेड़े पहुँच गए पटदे होए, पर उत्थे एक ऐसा तकड़ा धरती आ गई, पत्थर तो भी तकड़ी, जिहड़ी मिस्त्रियां तो मजदूरां तो टुट नहीं सी रही, उहदे थल्ले का पानी सीगा। ऐसा पथरीला चक आ गया। तो सिखा ने कहा महाराज जी धरती बड़ी सख्त है, बड़ा जोर लाने है, टुटदी नहीं, वो उदू अगे पानी है। तो सतगुरु अमरदास महाराज जी ने अपने एक सिख नूं कहा, जिसका नाम सी मानक। मानक नूं कहंदे इदां कर, आ घण लै जा, कह के सतनाम ते दब के मार कण, टुट जूगी। तो भाई मानक ने विच उतर के जा करके वो घण लैके गुरु का नाम करके सतगुरु नूं याद कह के सतनाम जदों घण चलाया ना, तो उस धरती विच मोरा हो गया इक्को सट नाल। तो वो पानी थल्ले बंब निकली, एकदम पानी निकलिया प्रैशर नाल, धरती का पताल का पानी एकदम वो पौड़ी भरनी शुरू हुई। तो मानक जिहड़ा सी भावें कि पानी विच डुब गया, सवास निकल गए, एकदम भर गई सारी बौली पानी दे नाल। मानक दी माता आई रोंदी हुई, महाराज मेरा तो एको एक सहारा सी, मेरा पति भी नहीं, एको पुत्र मेरा सहारा सी, वो भी मर गया। पातशाह कहने कौन मर गया? महाराज जी वो मानक जी नूं तुसीं पानी कढण भेजिया सी। मानक मानक तां रहिंदे पाणीआं च, मानक तां हुंदा ही पानी च है। इस करके गुरु प्यारिओ सतगुरु पातशाह जी कहंदे जाओ लैके आओ मेरे कोल। जद मानक नूं लैके आंदा चक के उहदे शरीर नूं, ते पातशाह जी ने उसदे सिर उपर अपना सज्जा अंगूठा लाया ते वो दोबारा फिर जिउंदा हो गया। भाव गुरु दे कोले पावर है मनुख दे अंदरों उहदे गुणां नूं प्रगट करन दी।
ਗੁਣ ਪ੍ਰਗਟ ਕਿਉਂ ਨਹੀਂ ਹੁੰਦੇ? ਕਾਹਦੇ ਥੱਲੇ ਦੱਬੇ ਹੋਏ ਨੇ? ਹੰਕਾਰ ਦੇ ਹੇਠਾਂ ਕੋ ਸਤਨਾਮ ਸੀ। ਵਿਕਾਰਾਂ ਦੇ ਹੇਠਾਂ, ਮਾੜੀ ਸੋਚ ਦੇ ਹੇਠਾਂ ਸਾਡੇ ਗੁਣ ਦੱਬੇ ਹੋਏ ਨੇ। ਅਤੇ ਗੁਰੂ ਕੋਲ ਜਾ ਕੇ ਸਾਨੂੰ ਆਪਣਾ ਜਿਹੜਾ ਹੈ ਮੱਤ ਛੱਡਣੀ ਪੈਂਦੀ ਹੈ ਨਾ, ਫੇਰ ਹੀ ਗੁਰੂ ਦੀ ਮੱਤ ਸਾਡੇ ਅੰਦਰ ਜਾਂਦੀ ਹੈ। ਜੇ ਮਨ ਮੱਤ ਛੱਡਾਂਗੇ, ਗੁਰੂ ਜੀ ਕਹਿੰਦੇ ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਧੋਵੈ। ਗੁਰੂ ਆਪਣੇ ਗਿਆਨ ਦੇ ਨਾਲ ਮਨੁੱਖ ਦੇ ਅੰਦਰੋਂ ਵਿਕਾਰਾਂ ਨੂੰ, ਮਾੜੀ ਸੋਚ ਨੂੰ ਖਤਮ ਕਰਦਾ ਪਹਿਲਾਂ। ਜੇ ਹੁਣ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਜਾ ਕੇ ਵੀ ਕਹਿੰਦੇ ਮੈਂ ਕੁੜਮ ਹਾਂ, ਬਾਕੀ ਹਾਂ ਵੀ ਮੁੰਡੇ ਵਾਲੇ ਪਾਸਿਓਂ। ਗੁਰੂ ਅਮਰਦਾਸ ਜੀ ਦੇ ਭਤੀਜੇ ਨੂੰ ਗੁਰੂ ਅੰਗਦ ਦੇਵ ਜੀ ਦੀ ਲੜਕੀ ਵਿਆਹੀ ਸੀ, ਕਹੋ ਸਤਨਾਮ ਸੀ। ਉੱਥੇ ਜਾ ਕੇ ਹੰਕਾਰ ਛੱਡ ਦਿੱਤਾ ਨਾ। ਕੁੜਮੋ ਕੁੜਮੀ ਸੀ, ਔਰ ਕੁੜਮਾਂ ਦੇ ਵਿੱਚੋਂ ਵੀ ਇਹ ਮੁੰਡੇ ਵਾਲਿਆਂ ਪਾਸਿਓਂ ਸੀ। ਕਿਉਂਕਿ ਪੁਰਾਣੇ ਸਮਿਆਂ 'ਚ ਕੀ, ਅੱਜ ਵੀ ਲੋਕ ਕਹਿੰਦੇ ਆ ਸਾਡਾ ਮੁੰਡਾ ਹੈ, ਅਸੀਂ ਵੱਡੇ ਹਾਂ, ਕੁੜੀ ਵਾਲੇ ਛੋਟੇ ਆ, ਕਹੋ ਸਤਨਾਮ ਸੀ। ਪਰ ਉੱਥੇ ਜਾ ਕੇ ਹੰਕਾਰ ਛੱਡ ਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ 12 ਸਾਲ ਪਾਣੀ ਢੋਇਆ, ਫਿਰ ਬਖਸ਼ਿਸ਼ ਪ੍ਰਾਪਤ ਹੋਈ ਕਿਤਨੀ ਵੱਡੀ। ਤੋ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਖੋਵੈ। ਖੋਵਣਾ ਹੁੰਦਾ ਲਾਹ ਦੇਣਾ, ਗਵਾ ਦੇਣਾ, ਸਿੱਟ ਦੇਣਾ ਪਰੇ। ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਸਾਡੇ ਦਿਮਾਗ ਦੇ ਵਿੱਚੋਂ ਪਹਿਲਾਂ ਜਿਹੜੀਆਂ ਹੰਕਾਰ ਵਰਗੀਆਂ ਗਰਮ ਹਵਾਵਾਂ ਨਾ, ਜਿਹੜੀ ਦਿਮਾਗ ਨੂੰ ਗੈਸਾਂ ਚੜ੍ਹੀਆਂ ਹੋਈਆਂ, ਪਹਿਲਾਂ ਗੁਰੂ ਇਹਨਾਂ ਨੂੰ ਖਤਮ ਕਰਦਾ। ਇਹ 5 ਗੈਸਾਂ ਸਾਡੇ ਦਿਮਾਗ ਨੂੰ ਚੜ੍ਹੀਆਂ, ਕਾਮ ਦੀ ਗੈਸ, ਕ੍ਰੋਧ ਦੀ ਗੈਸ, ਹੰਕਾਰ ਦੀ ਗੈਸ, ਲੋਭ ਲਾਲਚ ਦੀ ਗੈਸ, ਮੋਹ ਮਮਤਾ ਦੀ ਗੈਸ। ਇਹ ਗੈਸਾਂ 5 ਗੁਰੂ ਦੇ ਸ਼ਬਦ ਨਾਲ ਦੂਰ ਹੁੰਦੀਆਂ। ਮਨ ਨਿਰਮਲ ਅਣਦਿਨ ਭਗਤੀ ਰਾਤਾ, ਫਿਰ ਮਨੁੱਖ ਸਿਮਰਨ ਦੇ ਵਿੱਚ ਬੈਠਦਾ ਹੈ। ਜਦੋਂ ਤੁਸੀਂ ਆਪਣੇ ਫੁਰਨਿਆਂ ਨੂੰ ਰੋਕ ਕਰਕੇ, ਆਪਣੀ ਸੋਚ ਨੂੰ ਰੋਕ ਕਰਕੇ ਸਿਮਰਨ ਕਰੋਗੇ, ਤਾਂ ਤੁਹਾਡੇ ਦਿਮਾਗ ਦੀਆਂ ਜਿਹੜੀਆਂ ਬਰੀਕ ਤੋਂ ਬਰੀਕ ਨਾੜੀਆਂ, ਇਹਨਾਂ ਵਿੱਚ ਵਾਈਬ੍ਰੇਸ਼ਨ ਹੋਵੇਗੀ ਸਿਮਰਨ ਦੀ। ਵਾਹਿਗੁਰੂ ਵਾਹਿਗੁਰੂ, ਇਹਦੇ ਨਾਲ ਸੱਟ ਵੱਜਦੀ ਹੈ ਹਲਕੀ ਹਲਕੀ। ਤਾਂ ਫਿਰ ਕੀ ਹੁੰਦਾ ਹੈ? ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰ ਫਿਰ ਭਗਤ ਕਰੇ ਹਰ ਪਾਵਨਿਆ। ਜਦੋਂ ਭਗਤੀ ਕਰਦੇ ਆ, ਹੌਲੀ ਹੌਲੀ ਹਰੀ ਦੇ ਵੱਲ ਚੱਲਦੇ ਹੈ, ਅਤੇ ਭਗਤੀ ਕਰਦੇ ਕਰਦੇ ਹਰੀ ਨੂੰ ਪ੍ਰਾਪਤ ਕਰ ਲੈਂਦੇ ਆ। ਅਤੇ ਫਿਰ ਉਹਨਾਂ ਵਿੱਚ ਇੰਨੀ ਪਾਵਰ, ਇੰਨੀ ਸ਼ਕਤੀ, ਇੰਨਾ ਗਿਆਨ, ਇੰਨਾ ਟੈਲੈਂਟ ਉਹਨਾਂ ਦਾ ਪ੍ਰਗਟ ਹੋ ਜਾਂਦਾ ਹੈ। ਹਉ ਵਾਰੀ ਜੀਓ ਵਾਰੀ, ਆਪ ਭਗਤ ਕਰਨ ਅਵਰਾਂ ਭਗਤ ਕਰਾਵਣੇ। ਉਹਨਾਂ ਵਿੱਚ ਇੰਨੀ ਸ਼ਕਤੀ ਗੁਰੂ ਭਰ ਦਿੰਦਾ, ਫਿਰ ਉਹਨਾਂ ਨੂੰ ਇੰਨਾ ਗਿਆਨ ਦੇ ਦਿੰਦਾ ਹੈ ਕਿ ਜਿੱਥੇ ਉਹ ਆਪ ਭਗਤੀ ਕਰਦੇ ਹਨ, ਉਹ ਇਸ ਦੇ ਕਾਬਲ ਹੋ ਜਾਂਦੇ ਆ, ਦੂਜਿਆਂ ਨੂੰ, ਅਨੇਕਾਂ ਨੂੰ ਭਗਤੀ ਵਿੱਚ ਲਾ ਦਿੰਦੇ ਆ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੀ ਬਾਣੀ ਚੱਲ ਰਹੀ ਆ, ਉਹਨਾਂ ਦੀ ਗੱਲ ਚੱਲ ਰਹੀ ਆ। ਜਿਵੇਂ ਉਹਨਾਂ ਨੇ ਗੁਰੂ ਪਿਆਰਿਓ ਭਗਤੀ ਕਰਕੇ, ਆਪ ਭਗਤੀ ਕਰਕੇ, ਅਤੇ ਉਸ ਤੋਂ ਬਾਅਦ ਉਹ ਸ਼ਕਤੀ ਨੂੰ ਕਿੰਨਾ ਵਰਤਾਇਆ, ਕਿੰਨਾ ਵਰਤਾਇਆ ਉਹ ਸ਼ਕਤੀ ਨੂੰ। 22 ਸਿੱਖਾਂ ਨੂੰ ਬ੍ਰਹਮ ਗਿਆਨ ਦੇ ਕੇ। ਇੱਕ ਪ੍ਰੇਮਾ ਕੋਹੜੀ ਸੀਗਾ, ਜਿਸ ਨੂੰ ਕੋਈ ਪੁੱਛਦਾ ਨਹੀਂ ਸੀਗਾ, ਅਤੇ ਉਹ ਪ੍ਰੇਮਾ ਕੋਹੜੀ ਹੈ ਜਿਹੜਾ, ਉਹ ਸੰਗਤ ਦੇ ਨਾਲ ਰਲ ਕੇ ਗੁਰੂ ਨਾਨਕ ਦੇ ਘਰ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਪਹੁੰਚਿਆ। ਕਈ ਦਿਨ ਉਹ ਗੁਰੂ ਪਿਆਰਿਓ ਬਾਰ 'ਚ ਬੈਠਾ ਰਿਹਾ। ਅਤੇ ਇੱਕ ਦਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਸ ਪ੍ਰੇਮੇ ਨੂੰ ਅੰਦਰ ਬੁਲਾਇਆ, ਜਿਸ ਦੇ ਹੱਥ ਪੈਰ ਮੁੜੇ ਹੋਏ ਸੀ। ਧਿਆਨ ਦਿਓ, ਪਰ ਇੰਨਾ ਕੁ ਗੁਰੂ ਪਿਆਰਿਓ ਉਸ ਦੇ ਉੱਤੇ ਕਿਰਪਾ ਕਰ ਦਿੱਤੀ ਸਤਿਗੁਰਾਂ ਨੇ ਕਿ ਉਸ ਦੇ ਅੰਦਰ ਜਿਹੜੇ ਹੱਥ ਪੈਰ ਮੁੜੇ ਹੋਏ ਸੀਗੇ, ਕੋਈ ਉਸ ਨੂੰ ਪੁੱਛਦਾ ਨਹੀਂ ਸੀ, ਸੰਸਾਰ ਦੇ ਵਿੱਚ ਉਸ ਨੂੰ ਬੁਲਾਉਂਦਾ ਨਹੀਂ ਸੀ, ਬਲਕਿ ਜੇ ਕਿਸੇ ਦੇ ਬਾਹਰ 'ਚ ਮੰਗਣ ਖੜਦਾ ਸੀ ਤੇ ਅਗਲਾ ਕਹਿੰਦਾ ਸੀ ਅੱਗੇ ਚੱਲੋ, ਅੱਗੇ ਚੱਲ। ਮੱਖੀਆਂ ਭਿਣਕਦੀਆਂ ਸੀ। ਇੱਕ ਦਿਨ ਸੰਗਤ ਆ ਰਹੀ ਸੀ, ਉਹਨੂੰ ਖੇਸ ਦੇ ਵਿੱਚ ਬਿਠਾ ਕਰਕੇ ਗੁਰੂ ਦੇ ਦਰ 'ਤੇ ਲਿਆਏ, ਚਰਨ ਕੁੰਡ ਕੋਲ ਲਿਆ ਕਰਕੇ ਉਸ ਨੂੰ ਬਿਠਾ ਦਿੱਤਾ। ਅਤੇ ਗੁਰੂ ਪਿਆਰਿਓ
ਉੱਥੇ ਹੀ ਉਸ ਨੂੰ ਜਲ ਪਾਣੀ, ਪ੍ਰਸ਼ਾਦਾ ਪਾਣੀ, ਚਾਹ ਪਾਣੀ ਦੇਣ ਲੱਗੇ। ਸਤਿਕਾਰ ਸਹਿਤ ਸੰਗਤ ਇਹ ਤੋਂ ਨਫ਼ਰਤ ਨਹੀਂ ਕਰਦੀ। ਚਰਨ ਕੁੰਡ ਵਾਲਾ ਪਾਣੀ ਪੀ ਲੈਂਦਾ, ਜ਼ਖਮਾਂ ਉੱਤੇ ਰੇਤਾ ਮਲ ਲੈਂਦਾ ਚੱਕ ਕੇ। ਤੇ ਇਹਦੇ ਅੰਦਰ ਇੱਕ ਚੀਜ਼ ਪੈਦਾ ਹੋਈ ਉੱਥੇ ਬੈਠੇ ਬੈਠੇ ਕਿ ਇਹ ਗਾਉਣ ਲੱਗਿਆ, ਵਿਰਾਗ ਪੈਦਾ ਹੋ ਗਿਆ, ਕੁਝ ਖੁਸ਼ੀ ਪੈਦਾ ਹੋਈ ਕਿ ਲੋਕ ਜਿਹੜੇ ਹਨ ਮੈਨੂੰ ਹੁਣ ਧਰਕਾਰਦੇ ਨਹੀਂ, ਇੱਥੋਂ ਫਟਕਾਰਦੇ ਨਹੀਂ ਗੁਰੂ ਦੇ ਦਰ ਤੋਂ। ਤੇ ਕੀ ਕਹਿੰਦਾ ਇਹ? ਗਿਆ ਕਛੋਟਾ ਲੱਧਾ ਪਿਆਰਿਆ, ਗਿਆ ਕਛੋਟਾ ਲੱਧਾ। ਕਛੋਟਾ ਹੁੰਦਾ ਕਛਹਿਰਾ, ਇੱਜ਼ਤ ਦਾ ਕੱਪੜਾ, ਇੱਜ਼ਤ ਦਾ ਪ੍ਰਤੀਕ। ਤਾਂ ਮੇਰੀ ਗਈ ਹੋਈ ਇੱਜ਼ਤ ਦੁਬਾਰਾ ਮੈਨੂੰ ਮਿਲ ਗਈ ਹੈ। ਇਹ ਬੜੇ ਵਿਰਾਗ ਨਾਲ ਭਿੱਜ ਕੇ ਗਾਉਂਦਾ। ਤੇ ਜਦੋਂ ਇਸ ਤਰ੍ਹਾਂ ਗਾਉਂਦਾ ਨਾ ਤੇ ਸੰਗਤਾਂ ਸੁਣ ਕੇ ਖੁਸ਼ ਹੁੰਦੀਆਂ ਤੇ ਇਹਨੂੰ ਕਹਿੰਦੀਆਂ ਦੁਬਾਰੇ ਗਾ, ਫਿਰ ਤੈਨੂੰ ਚਾਹ ਲਿਆ ਕੇ ਦੇਵਾਂਗੇ ਅੰਦਰੋਂ, ਫਿਰ ਸੁਣਾ, ਤੈਨੂੰ ਪ੍ਰਸ਼ਾਦਾ ਲਿਆ ਕੇ ਦੇਵਾਂਗੇ। ਤੇ ਇਹ ਉੱਚੀ ਉੱਚੀ ਵਿਰਾਗ ਦੇ ਵਿੱਚ ਆ ਕੇ ਗਾਉਂਦਾ, ਗਿਆ ਕਛੋਟਾ ਲੱਧਾ ਪਿਆਰਿਆ। ਜਿਹੜੀ ਮੇਰੀ ਇੱਜ਼ਤ ਖਤਮ ਹੋ ਗਈ ਸੀ ਇੱਥੇ ਮੈਨੂੰ ਮਿਲਣ ਲੱਗੀ ਆ ਗੁਰੂ ਨਾਨਕ ਦੇ ਦਰ ਤੇ। ਕਹੋ ਸਤਿਨਾਮ। ਗਿਆ ਕਛੋਟਾ ਲੱਧਾ ਪਿਆਰਿਆ। ਕਾਫੀ ਸਮਾਂ ਬਤੀਤ ਹੋ ਗਿਆ। ਇੱਕ ਦਿਨ ਸੰਗਤ ਨੇ ਇਕੱਠੀ ਹੋ ਕੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਜਿਹੜਾ ਤੁਹਾਡੇ ਦਰ ਤੇ ਕਾਫੀ ਸਮੇਂ ਤੋਂ ਕੋਹੜੀ ਬੈਠਾ, ਹੁਣ ਉਹ 'ਤੇ ਕਿਰਪਾ ਕਰ ਦਿਓ। ਤੇ ਪਾਤਸ਼ਾਹ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਕਿਹਾ, ਜਾਓ ਉਹਨੂੰ ਲੈ ਕੇ ਆਓ। ਕੀ ਕਹਿੰਦਾ ਉਹ? ਕਹਿੰਦੇ ਜੀ ਕੁਛ ਨਹੀਂ ਕਹਿੰਦਾ, ਬਸ ਉਹ ਤਾਂ ਹੀ ਗਾਈ ਜਾਂਦਾ, ਗਿਆ ਕਛੋਟਾ ਲੱਧਾ ਪਿਆਰਿਆ। ਪਤਾ ਨਹੀਂ ਕੀ ਕਹਿੰਦਾ। ਕਹਿੰਦੇ ਉਹ ਕਹਿੰਦਾ ਕਿ ਮੇਰੀ ਗਈ ਹੋਈ ਇੱਜ਼ਤ ਦੁਬਾਰਾ ਮਿਲ ਗਈ ਆ, ਜਾਂ ਲੈ ਕੇ ਆ। ਲਿਆਂਦਾ ਗਿਆ ਉਸ ਨੂੰ ਅੰਦਰ। ਕਹਿੰਦੇ ਜਿੱਥੇ ਉਹ ਚਬੱਚਾ ਮੇਰਾ ਇਸ਼ਨਾਨ ਕਰਨ ਵਾਲਾ, ਉਹ ਚਬੱਚੇ ਵਾਲੇ ਪਾਣੀ ਵਿੱਚ ਉਹਨੂੰ ਨਵਾ ਕੇ ਲਿਆਓ ਚੰਗੀ ਤਰ੍ਹਾਂ, ਤੇ ਕੱਪੜਾ ਦੇ ਕੇ ਉਸੇ ਤਰ੍ਹਾਂ ਲਿਆਓ, ਚਾਦਰ ਵਿੱਚ ਲਪੇਟ ਕੇ ਲਿਆਓ, ਕੱਪੜੇ ਫਿਰ ਪਾਵਾਂਗੇ। ਕਹਿੰਦੇ ਉਸ ਵੇਲੇ ਸੰਗਤਾਂ ਨੇ ਉਸੇ ਤਰ੍ਹਾਂ ਕੀਤਾ। ਚਬੱਚੇ ਵਿੱਚ ਇਸ਼ਨਾਨ ਕਰਾ ਕੇ ਉਸ ਨੂੰ ਅੰਦਰ ਲੈ ਗਏ, ਗਠੜੀ ਜੇ ਬੰਨ੍ਹ ਕੇ, ਤੇ ਪਾਤਸ਼ਾਹ ਦੇ ਸਾਹਮਣੇ ਰੱਖ ਕੇ ਪਾਤਸ਼ਾਹ ਨੇ ਆਪ ਗਠੜੀ ਖੋਲ੍ਹ ਕੇ ਉਸ 'ਤੇ ਕਿਰਪਾ ਦ੍ਰਿਸ਼ਟੀ ਮਾਰੀ ਤੇ ਉਹਦੇ ਹੱਥ ਪੈਰ ਸਿੱਧੇ ਹੋ ਗਏ, 9x9 ਹੋ ਗਿਆ। ਨਵੇਂ ਕੱਪੜੇ ਪਵਾਏ ਗਏ, ਉਸ ਨੂੰ ਸਿੱਧਾ ਹੋ ਗਿਆ, ਸੁੰਦਰ ਹੋ ਗਿਆ, ਜ਼ਖਮ ਵੀ ਖਤਮ ਹੋ ਗਏ, ਕੋਹੜ ਵੀ ਖਤਮ ਹੋ ਗਿਆ। ਔਰ ਨਵੇਂ ਕੱਪੜੇ ਪਹਿਨਾ ਕਰਕੇ ਸੰਗਤ ਵਿੱਚ ਬਿਠਾ ਦਿੱਤਾ। ਤੇ ਫਿਰ ਪਾਤਸ਼ਾਹ ਕਹਿੰਦੇ ਲਓ ਵੀ ਸਿੱਖੋ, ਹੁਣ ਇਹਦੀ ਆਪਾਂ ਸ਼ਾਦੀ ਕਰਨੀ ਹੈ, ਕਿਸੇ ਦੀ ਲੜਕੀ ਵਿਆਹੁਣ ਯੋਗ ਹੈ ਤਾਂ ਦੱਸੋ। ਤੇ ਇੱਕ ਉੱਥੇ ਸਿੱਖ ਸੀਗਾ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ, ਉਸ ਨੇ ਗੁਰੂ ਪਿਆਰਿਓ ਕਿਹਾ, ਮਹਾਰਾਜ ਮੇਰੀ ਲੜਕੀ ਹੈ ਵਿਆਹੁਣ ਯੋਗ। ਕਹਿੰਦੇ ਜਾਓ ਫਿਰ ਲਿਆਓ। ਉਹ ਘਰੇ ਗਿਆ, ਬੱਚੀ ਨੂੰ ਧੋਤੇ ਜਾਂ ਨਵੇਂ ਬਸਤਰ ਪਹਿਨਾ ਕਰਕੇ ਲਿਆਇਆ। ਤੇ ਪਾਤਸ਼ਾਹ ਜੀ ਨੇ ਦੋਨਾਂ ਦਾ ਸ਼ਾਦੀ ਕਰ ਦਿੱਤੀ। ਜਦ ਲੜਕੀ ਦੀ ਮਾਂ ਨੂੰ ਪਤਾ ਲੱਗਿਆ, ਜੋ ਲੰਗਰ ਵਿੱਚ ਪ੍ਰਸ਼ਾਦੇ ਬਣਾ ਰਹੀ ਸੀ, ਉਹ ਭੱਜੀ ਭੱਜੀ ਆਈ, ਮਹਾਰਾਜ ਕੀ ਕਰਤਾ? ਕੋਹੜੀ ਨੂੰ ਲੜਕੀ ਵਿਆਹਤੀ। ਕਹਿੰਦੇ ਕੋਹੜੀ ਲੱਗਦਾ, ਖੜਾ ਹੋ, ਇਹ ਤਾਂ ਚੰਗਾ ਭਲਾ ਹੈ, ਇਹ ਹੁਣ ਮੇਰਾ ਪੁੱਤਰ ਹੈ। ਪਾਤਸ਼ਾਹ ਨੇ ਕਿੱਡੀ ਕਿਰਪਾ ਕੀਤੀ, ਉਸ ਕੋਹੜੀ ਨੂੰ ਆਪਣਾ ਪੁੱਤਰ ਬਣਾਇਆ ਤੇ ਉਸ ਸਿੱਖ ਦੀ ਲੜਕੀ ਦਾ ਉਹਦੇ ਨਾਲ ਸ਼ਾਦੀ ਕਰ ਦਿੱਤੀ। ਉਸ ਤੋਂ ਬਾਅਦ ਉਹਨਾਂ ਨੂੰ ਬ੍ਰਹਮ ਗਿਆਨ ਦੇ ਦਿੱਤਾ ਤੇ ਫਿਰ ਉਸ ਨੂੰ ਪ੍ਰਚਾਰ ਕਰਨ ਲਈ ਭੇਜਿਆ। ਭਾਵ ਸਿੱਖ ਦੇ ਅੰਦਰ ਜੋ ਮਨੁੱਖ ਦੇ ਅੰਦਰ ਕਹਾਂ, ਮੈਂ ਸਿੱਖ ਦੇ ਨਾ ਕਹਾਂ, ਸਿੱਖ ਤਾਂ ਫਿਰ ਆ ਹੀ ਗਿਆ ਨਾ। ਹਰੇਕ ਮਨੁੱਖ ਦੇ ਅੰਦਰ ਪਰਮੇਸ਼ਰ ਨੇ ਗੁਣ ਰੱਖੇ ਆ, ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਦੀ ਕਿਰਪਾ ਦੀ ਲੋੜ ਆ। ਕਹੋ ਸਤਿਨਾਮ ਸ੍ਰੀ। ਪਹਿਲਾਂ ਸ਼ਬਦੀ ਅੱਖਰੀ ਗਿਆਨ ਹੋਣਾ ਚਾਹੀਦਾ, ਫਿਰ ਅੱਗੇ ਜਾ ਕੇ ਗੁਰੂ ਵੀ ਕਿਰਪਾ ਕਰ ਦਿੰਦਾ। ਖੈਰ ਅੱਜ ਵੀ ਗੁਰਬਾਣੀ ਸਾਡਾ ਮਾਰਗਦਰਸ਼ਨ ਉਸੇ ਤਰ੍ਹਾਂ ਕਰਦੀ ਹੈ ਜਿਵੇਂ ਗੁਰੂ ਸਾਹਿਬ ਕਰਦੇ ਸੀ। ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ, ਹਉ ਵਾਰੀ ਜੀਓ ਵਾਰੀ, ਆਪ ਭਗਤ ਕਰਨ ਅਵਰਾਂ ਭਗਤ ਕਰਾਵਣਿਆ। ਆਪ ਭਗਤੀ ਕਰਦੇ ਆ, ਫਿਰ ਉਹਨਾਂ 'ਚ ਇੰਨੀ ਪਾਵਰ ਆ ਜਾਂਦੀ ਹੈ ਕਿ ਹੋਰਾਂ ਨੂੰ ਵੀ ਜੋੜਦੇ ਆ। ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ। ਐਸੇ ਪਰਮੇਸ਼ਰ ਦੇ ਪਿਆਰਿਆਂ ਨੂੰ ਆਓ ਅਸੀਂ ਨਮਸਕਾਰ ਕਰਦੇ ਹਾਂ, ਜੋ ਅਣਦਿਨ ਹਰ ਗੁਣ ਗਾਵਣਿਆ, ਜੋ ਹਮੇਸ਼ਾ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ। ਅਣਦਿਨ ਬਿਨਾਂ ਨਾਗਾ ਪਾਇਆ। ਅਣਦਿਨ ਦਾ ਮਤਲਬ ਹੈ ਬਿਨਾਂ ਦਿਨ ਗਿਣਿਆ। ਕਈ ਵਾਰੀ ਅਸੀਂ ਕਿਸੇ ਆਪਦੇ ਸਵਾਰਥ ਕਰਕੇ ਕਹਿੰਦੇ ਆ 40 ਦਿਨ ਗੁਰਦੁਆਰੇ ਜਾਣਾ, 40 ਦਿਨ ਨਹੀਂ, ਅਣਦਿਨ ਬਿਨਾਂ ਦਿਨ ਗਿਣਿਆ। ਜਿਸ ਤਰ੍ਹਾਂ ਪ੍ਰਸ਼ਾਦਾ ਬਿਨਾਂ ਦਿਨ ਖਾਂਦੇ ਆ ਛਕਦੇ ਆ, ਉਸੇ ਤਰ੍ਹਾਂ ਹੀ ਗੁਰੂ ਕੋਲ ਵੀ ਅਣਦਿਨ ਲਗਾਤਾਰ ਪਰਮੇਸ਼ਰ ਨੂੰ ਸਿਮਰਨਾ। ਮਨ ਨਿਰਮਲ ਅਣਦਿਨ ਭਗਤੀ ਰਾਤਾ। ਉਹਨਾਂ ਦਾ ਮਨ ਭਗਤੀ ਵਿੱਚ ਰਗ ਗਿਆ। ਭਗਤ ਕਰੇ ਹਰ ਪਾਵਣਿਆ,
हो वारी जियो वारी आ भगत करन अवरा भगत करावणिया तिन्ना भगत जना को सदा नमस्कार कीजै जो आंदिन हर गुण गावणिया रहाओ आपे करता कारण कराए जित भावै तित कारै लाए। भाव परमेश्वर ने हरेक मनुख के अंदर कोई ना कोई काम रखिया। किन्ने काम आ दुनिया विच गिनती नहीं कर सकता मैं पूरे। डॉक्टर मास्टर वर्कशापां लक्कड़ दे लोहे दे सोने दे काम मिट्टी दे घड़ियां नूं बनाउण दे काम ये सारे काम परमेश्वर ने मनुख विच रखे। इहनूं अंग्रेजी विच टैलेंट कह दिंदे हो। ਤਾਂ ਇਹ ਕਾਰਨ ਜਿਹੜੇ ਹਨ ਕੰਮ ਜਿਹੜੇ ਪਰਮੇਸ਼ਰ ਨੇ ਰੱਖੇ ਇਹਨਾਂ ਨੂੰ ਅੱਗੇ ਜਾ ਕੇ ਉਹ ਪ੍ਰਗਟ ਕਰਦਾ। ਜਦੋਂ ਮਨੁੱਖ ਕਿਸੇ ਉਸਤਾਦ ਦੇ ਕੋਲ ਚਲਿਆ ਜਾਂਦਾ, ਕੋਈ ਵਰਕਸ਼ਾਪ 'ਤੇ ਚਲਿਆ ਗਿਆ, ਉਹਨੇ ਉਹਨੂੰ ਮਿਸਤਰੀ ਬਣਾ ਦਿੱਤਾ, ਡਾਕਟਰ ਕੋਲ ਚਲਿਆ ਗਿਆ ਡਾਕਟਰ ਬਣਾ ਦਿੱਤਾ। ਇਸੇ ਤਰ੍ਹਾਂ ਹੀ ਜਿੱਥੇ ਜਿਹੋ ਜਿਹਾ ਉਹਦੇ ਅੰਦਰ ਅੱਛਾ ਜਾਂਦਾ ਵੀ ਕਿੱਥੇ ਹੈ, ਜਿਹੋ ਜਿਹਾ ਉਹਦੇ ਅੰਦਰ ਗੁਣ ਹੁੰਦਾ। ਕੁਦਰਤੀ ਗੱਲ ਹੈ ਬੱਚੇ ਅੰਦਰ ਉਹੋ ਜਿਹਾ ਰੁਝਾਨ ਪੈਦਾ ਹੁੰਦਾ। ਅੱਜ ਸਾਇੰਸਦਾਨ ਵੀ ਕਹਿੰਦੇ ਆ, ਡਾਕਟਰ ਵੀ ਕਹਿੰਦੇ ਆ ਕਿ ਬੱਚੇ ਨੂੰ ਉਸ ਲਾਈਨ 'ਤੇ ਪਾਓ ਜਿੱਧਰ ਜਾਣ ਨੂੰ ਇਹਦਾ ਜੀਅ ਕਰਦਾ, ਉੱਥੇ ਕਾਮਯਾਬ ਹੋਊਗਾ ਇਹ, ਕਿਉਂਕਿ ਪਰਮੇਸ਼ਰ ਨੇ ਰੱਖੇ ਹੀ ਉਹ ਗੁਣ ਆ ਉਹਦੇ ਵਿੱਚ। ਇਹ ਤਾਂ ਡੂੰਘੀ ਗੱਲ ਹੈ ਨਾ। ਮੋਟੀ ਜੀ ਗੱਲ ਨਾਲ ਆਪਾਂ ਇਹ ਸਮਝਿਆ ਵੀ ਬੱਚੇ ਨੂੰ ਉਸ ਲਾਈਨ 'ਚ ਪਾਓ ਜਿੱਧਰ ਨੂੰ ਉਹਦਾ ਰੁਝਾਨ ਲੱਗਦਾ, ਅਤੇ ਬੱਚੇ ਦੇ ਕੰਮਾਂ ਤੋਂ ਪਤਾ ਲੱਗ ਜਾਂਦਾ ਵੀ ਕਿੱਧਰ ਜਾਊਗਾ। ਜਿਵੇਂ ਆਪਾਂ ਸ਼ਹੀਦ ਭਗਤ ਸਿੰਘ ਦੀ ਗੱਲ ਕਰੀਏ। ਸ਼ਹੀਦ ਭਗਤ ਸਿੰਘ ਬਚਪਨ ਦੇ ਵਿੱਚ ਇੱਕ ਦਿਨ ਕੀ ਕਰਦਾ ਹੈ, ਧਰਤੀ 'ਤੇ ਰੇਤੇ ਦੀਆਂ ਵੱਟਾਂ ਜੀਆਂ ਪਾ ਕੇ ਕਿਆਰਾ ਬਣਾ ਲਿਆ ਛੋਟਾ ਜਿਹਾ ਖੇਡਾਂ 'ਚ, ਉਹਨੂੰ ਪਾਣੀ ਲਾ ਦਿੱਤਾ, ਫਿਰ ਬੌਕਰ ਦੇ ਡੱਕੇ ਤੋੜੇ ਅਤੇ ਵਿੱਚ ਗੱਡ ਦਿੱਤੇ। ਜਿਵੇਂ ਕਿਸਾਨ ਖੇਤੀਬਾੜੀ ਕਰਦਾ ਇੱਦਾਂ ਬੈਠਾ ਆਪਦਾ ਬਚਪਨ ਦੀਆਂ ਖੇਡਾਂ 'ਚ ਖੇਤੀਬਾੜੀ ਕਰਨ ਲੱਗਿਆ ਅਤੇ ਵਿੱਚ ਡੱਕੇ ਗੱਡ ਤੇ। ਇਹਨਾਂ ਦਾ ਚਾਚਾ ਅਜੀਤ ਸਿੰਘ ਆਜ਼ਾਦੀ ਘੁਲਾਟੀਆ ਸੀ ਪਹਿਲਾਂ। ਅਤੇ ਕਿਸੇ ਨੇ ਲੰਘਦੇ ਹੋਏ ਨੇ ਪੁੱਛਿਆ ਭਗਤ ਸਿੰਘ ਕੀ ਕਰਦਾ, ਕਹਿੰਦਾ ਦੰਬੂਕਾਂ ਬੀਜਦਾ ਦੰਬੂਕਾਂ। ਜਿਵੇਂ ਦੁਨੀਆ ਵਿੱਚ ਗੱਲ ਚੱਲਦੀ ਸੀ ਗੋਰਿਆਂ ਨੂੰ ਕੱਢਾਂਗੇ ਦੰਬੂਕਾਂ ਬੀਜ ਕੇ। ਹੁਣ ਸਾਨੂੰ ਪਤਾ ਵੀ ਦੰਬੂਕ ਤਾਂ ਫੈਕਟਰੀ 'ਚ ਬਣਦੀ ਹੈ, ਪਰ ਭਗਤ ਸਿੰਘ ਦੇ ਅੰਦਰ ਇਹ ਖਿਆਲ ਸੀਗਾ ਅਤੇ ਅੱਗੇ ਜਾ ਕੇ ਉਹ ਉਸੇ ਲਾਈਨ 'ਤੇ ਚੜ੍ਹ ਗਿਆ। ਕਹੋ ਸਤਨਾਮ ਸ੍ਰੀ। ਵਾਕਈ ਉਸ ਨੇ ਐਸੇ ਆਜ਼ਾਦੀ ਘੁਲਾਟੀਏ ਪੈਦਾ ਕੀਤੇ ਉਸ ਵਿਸ਼ੇ 'ਤੇ। ਖੈਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਆਪੇ ਕਰਤਾ ਕਾਰਨ ਕਰਾਏ। ਇਹਨਾਂ ਮਨੁੱਖਾਂ ਨੂੰ ਪਰਮੇਸ਼ਰ ਨੇ ਅਨੇਕਾਂ ਤਰ੍ਹਾਂ ਦੇ ਕੰਮ ਦਿੱਤੇ ਹੋਏ ਹਨ। ਜਿਤ ਭਾਵੈ ਤਿਤ ਕਾਰੈ ਲਾਏ। ਜਿਵੇਂ ਹੁਣ ਚੰਗਾ ਲੱਗਦਾ ਕੀ ਤੋਂ ਕੀ ਕਰਾਉਣਾ ਹੈ। ਕੋਈ ਨਹੀਂ ਚਾਹੁੰਦਾ ਕਿ ਮੈਂ ਮਾੜਾ ਕੰਮ ਕਰਾਂ ਜਾਂ ਛੋਟਾ ਕੰਮ ਕਰਾਂ, ਜੋ ਉਹ ਕੰਮ ਕਰਾਂ ਜਿਹੜਾ ਕਿ ਦੁਨੀਆ ਨਫ਼ਰਤ ਕਰਦੀ ਹੈ। ਹੁਣ ਕੂੜਾ ਚੱਕਣ ਵਾਲੇ ਵਿਚਾਰੇ ਗੱਡੀਆਂ ਲੈ ਕੇ ਕੂੜਾ ਚੱਕਦੇ ਫਿਰਦੇ ਆ, ਅਤੇ ਅਸੀਂ ਉਸ ਕੂੜੇ ਤੋਂ ਨਫ਼ਰਤ ਕਰਦੇ ਹਾਂ, ਉਹ ਚੱਕਦੇ ਫਿਰਦੇ ਆ। ਪਰਮੇਸ਼ਰ ਨੇ ਉਹਨਾਂ ਦੀ ਉਹੀ ਡਿਊਟੀ ਲਾਈ ਆ। ਕਹੋ ਸਤਨਾਮ। ਜਿਤ ਭਾਵੈ ਤਿਤ ਕਾਰੈ ਲਾਏ। ਜਿੱਥੇ ਉਹਨੇ ਲਾਉਣਾ ਸੀ ਲਾਤਾ। ਪੂਰੇ ਭਾਗ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ। ਪਰ ਆ ਗੁਰੂ ਦੇ ਚਰਨਾਂ ਵਿੱਚ ਬੈਠਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ। ਉਹ ਤਾਂ ਦੁਨੀਆ ਬਹੁਤ ਕੰਮ ਕਰਦੀ ਹੈ। ਹੁਣ ਐਸੇ ਵੀ ਲੋਕ ਹੈ ਹੱਥ ਨੇ ਥੱਕੇ ਹੋਏ ਆ ਕੇ ਕੰਮਾਂ ਤੋਂ ਡਿੱਗਦੇ ਆ, ਤੜਕੇ ਉੱਠਣ ਸਾਰ ਫਿਰ ਕੰਮਾਂ ਨੂੰ ਤੁਰ ਜਾਂਦੇ ਆ। ਸਾਰਾ ਦਿਨ ਰਾਤ 24 ਘੰਟੇ ਕੰਮਾਂ ਦੇ ਵਿੱਚ ਹੀ ਬਤੀਤ ਹੋ ਜਾਂਦਾ। ਕਿਰਤ ਕਰਨੀ ਚੰਗੀ ਗੱਲ ਹੈ। ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਤਿੰਨ ਨਾਅਰੇ ਸਾਨੂੰ ਪਾਤਸ਼ਾਹ ਨੇ ਦਿੱਤੇ ਹਨ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਆਉਣਾ ਇਹ ਵੀ ਗੁਰੂ ਦੀ ਕਿਰਪਾ ਦੇ ਨਾਲ ਗੱਲ ਬਣਦੀ ਆ। ਪੂਰੇ ਭਾਗ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਨੇ ਆ। ਗੁਰੂ ਦੀ ਸੇਵਾ 'ਚੋਂ ਸੁਖ ਪ੍ਰਾਪਤ ਹੁੰਦਾ। ਮਰ ਮਰ ਜੀਵੈ ਤਾਂ ਕਿਛ ਪਾਏ। ਕੁਝ ਪ੍ਰਾਪਤ ਕਰਨ ਵਾਸਤੇ ਕੁਝ ਗਵਾਉਣਾ ਪੈਂਦਾ। ਮਰ ਮਰ ਜੀਵੈ ਭਾਵ ਆਪਣੀ ਮਨਮਤ ਛੱਡ ਕੇ, ਆਪਣੀ ਸਲਾਹ ਛੱਡ ਕੇ, ਆਪਣਾ ਖਿਆਲ ਛੱਡ ਕੇ ਗੁਰੂ ਦੀ ਗੱਲ ਮੁਤਾਬਕ ਚੱਲਣਾ। ਸੰਸਾਰ ਵੱਲੋਂ ਮਰਨਾ ਅਤੇ ਗੁਰੂ ਵੱਲ ਜਿਉਣਾ ਭਾਵ ਗੁਰਮਤਿ ਅਨੁਸਾਰ ਚੱਲਣਾ, ਗੁਰਮਤਿ ਨੂੰ ਗ੍ਰਹਿਣ ਕਰਨਾ। ਕਿਸੇ ਦੇ ਕੋਲੋਂ ਕੋਈ ਕੰਮ ਵੀ ਸਿੱਖਣਾ ਨਾ ਉਸਤਾਦ ਤੋਂ, ਉੱਥੇ ਵੀ ਆਪਣੀ ਸਲਾਹ ਨਹੀਂ ਚੱਲਣੀ। ਜਿਵੇਂ ਉਸਤਾਦ ਕਹਿੰਦਾ ਉਵੇਂ ਹੀ ਕਰਨਾ ਪੈਣਾ। ਉਹ ਉਸੇ ਹੀ ਢੰਗ ਨਾਲ ਕੰਮ ਹੋਣ ਵਾਲਾ ਜਿਵੇਂ ਉਹਦਾ ਉਸਤਾਦ ਕਹਿੰਦਾ। ਇਸੇ ਤਰ੍ਹਾਂ ਹੀ ਇੱਥੇ ਜਿਵੇਂ ਗੁਰੂ ਕਹਿੰਦਾ ਉਵੇਂ ਚੱਲਣਾ ਪੈਣਾ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਰਾਮੇ ਨੇ ਧਰਤੀ 'ਤੇ ਬੈਠੇ
जिस वेले कोटकपूरे मुक्तसर वाल नूं जा रहे न जथे समेत, ते इधरों जेड़े गुरु प्यारो सिख दुनी चंद दे नाल चले गए सी अंबरसर नूं, माझे दे इलाके नूं। उस वेले जदों दुनी चंद नूं कहा असीं हाथी दे नाल लड़ाई करनी आ, वो घबरा गया भी हाथी तो मैनूं दरड़ के मार दूगा, बंदा किते हाथी नाल लड़िया करदा। तो दुनी चंद मसंद सी माझे दे इलाके दा, ते जिन्ने क इहदे नाल आए सी ना कुछ बंदे, उन्हां नूं भी नाल ही लै गया। अद्धी रात नूं किला टप गया, कंध टप गया आनंदपुर साहब दी। हुण कंध टप्पण लगे, पग्गां बन्ह लईआं इस तरह लम्मीआं, रस्सा बना लिया, उहनूं फड़ के उतरन लगे। ਜਿਹੜੇ हल्के शरीर के नौजवान सी वो तो उतर गए, ये बहुत पेटू सी शरीर करके बड़ा भारी सी। जदों ये पग फड़ के उतरन लग्या तो ये डिग पिया, ये लत्त टुट गई डिगदे दी। ਇਹਦੇ नाल दे बंदे इस नूं चक के घरे लै गए। डिगदे लत्त टुट गई, घरे पिछली कोहड़ी च पै गया। नमोशी विच भी असीं गुरु नूं छड्ड के आ गए, लत्त भी टुट गई। ते रात नूं उसदे सप लड़ के मर गया वो। ਤੇ ਜਿਹੜੇ ਹੋਰ ਸਾਥੀ ਸੀ ਉਹਨਾਂ ਦਾ ਪਤਾ ਲੱਗਿਆ ਮਾਤਾ ਭਾਗ ਕੌਰ ਨੂੰ ਵੀ ਇਹ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ, ਤੇ ਫਿਰ ਮਾਤਾ ਭਾਗ ਕੌਰ ਜੀ ਉਹਨਾਂ ਲੈ ਕੇ ਮਿਲਾਉਣ ਵਾਸਤੇ ਚੱਲਦੇ ਆ। ਔਰ ਪਿੰਡ ਦੇ ਹੋਰ ਵੀ ਨੰਬਰਦਾਰ ਮੋਹਤਵਾਰ ਬੰਦੇ ਜਿਹੜੇ ਸਨ ਉਹ ਨਾਲ ਚੱਲ ਪਏ। ਲਗਭਗ 200 ਦਾ ਜਥਾ ਤੁਰ ਪਿਆ ਮਾਝੇ 'ਚੋਂ ਮਿਲਣ ਵਾਸਤੇ। ਤੇ ਇੱਧਰੋਂ ਇਹ ਚੱਲ ਪਏ ਮਾਝੇ ਦੇ ਇਲਾਕੇ 'ਚੋਂ, ਤੇ ਇੱਧਰੋਂ ਗੁਰੂ ਸਾਹਿਬ ਜੀ ਜੰਗ ਨਿਬੇੜ ਕੇ ਮਾਛੀਵਾੜੇ ਤੋਂ ਬਾਅਦ गुरु प्यारिओ जा रहे हैं मुक्तसर वाल नूं, कोटकपूरे तो वाल नूं। ते रस्ते विच आ गया रामियाना जैतो तो अगे, ते उत्थे दोनों जथियां दा मिलाप हो गया। ते पातशाह जी ने रोक लिया, बेनती करके बैठ गए। गल्लां बातां चलियां जंगां दीयां, साहिबजादियां दीयां होर गल्लां चलियां। विचों कोई नंबरदार बोल पे जिहड़े हंकारी बंदे सी, कहंदे महाराज असीं तुहाडी औरंगजेब नाल संधि करवा दिंदे आ। धन गुरु गोबिंद सिंह जी कहंदे तुसीं संधि कराउण वाले उदों कित्थे, जदों 9वें पातशाह शहीद होए, जदों साहिबजादे शहीद हो गए, जदों 5वें पातशाह शहीद होए, उदों कित्थे तुसीं? कहंदे साडी सिद्धी आ। पातशाह कहंदे गल सुणो, तुसीं सिख हो कि गुरु हो? जे तो मेरी गल मननी है तो मनो, नहीं तो थोड़ी मर्जी है। कहते फिर इस गुरु नहीं मनते। पातशाह कहते जे गुरु नहीं मनते तो फिर कागज ते सैन कर दिओ भी तू साडा गुरु नहीं, इस तेरे सिख नहीं। उस वेले उन्हां हंकारी लोगों ने सैन किए। ते जिस वेले गुरु प्यारिओ पातशाही तुरन लगे ना, तो माई भागो कहन लगी मैं तो पातशाह नाल जाऊँगी, तुसीं जाओ, तुसीं गलती कीती आ, बेदावा लिख दिता। माता भागो नूं देख करके होर सिख रुके, होर रुके, 40 सिंह रुक गए तो बाकी दे मुड़ गए। ये 40 फिर पातशाह जी के मगरे मगर चले। पातशाह फिर कोटकपूरे तो अगे मुक्तसर पहुँच गए और पातशाह ने टिब्बी ते जाके कब्जा कर लिया। उत्थे जाके ते ये विचाले आ गए, तो पिछे मुगलों की फौज सी। ते उस वेले गुरु प्यारे उत्थे फिर लड़ाई की, ते भाई माता भागो जी ਅਤੇ भाई महा सिंह वर्गिया ने फिर उन्होंने दुष्टां नूं पिछे मोड़िया, मुगलों की फौज नूं लड़ करके पिछे हटाया। उस तो बाद पातशाह मिले तो इन्हां नूं फिर वर दिते टुट्टी गंढी वाला स्थान जो है श्री मुक्तसर साहिब विखे। मैं इत्थे गल कर लग्या सीगा भी गुरु नूं सलाह नहीं दित्ती जा सकती, गुरु की सलाह मननी पैनी है। सतगुरु पातशाह कहंदे मर मर जीवै तां किछ पाए। भाई महा सिंह होरिया ने फिर अपनी मत छड़ दी, मगर जाके वो विदावा पढ़वाना चाहया। संसार वालों मर के ही कुछ पाया जा सकता है, गुरु वल जिउंदा हो के गुर प्रसादी हर मन वसाए। फिर गुरु जो कहता है उन्होंने हिरदे विच वसावे, फिर अपनी सलाह ना देवे आए नहीं जी आए करो, क्योंकि गुरु तो वड्डी मत साडी हो नहीं सकती। तू समर्थ वड्डा मेरी मत थोड़ी राम। गुरु रामदास जेठा जी ये शब्द कदों कहते हैं? जदों थड़े बनाने वास्ते कहा तीजे पातशाह ने। भाई रामा कहता तुसीं वड्डी उम्र दे हो गए, तुसीं भुल जाने हो। जद जेठे नूं कहा, जेठे हटा दे सही नहीं बनया। जेठा भाव गुरु रामदास जी कहते महाराज मैनूं अकल नहीं हैगी, तुसीं कोले खड़ के बनवा लो जिवें बनवाउणा, कोई सतनाम सी। बस इहो ही फर्क सीगा। तू समर्थ वड्डा मेरी मत थोड़ी राम पाले अकिरत कणा पूर्ण दृष्ट तेरी राम। मेरे प्रीतम जी कहते सिखो
ਗੁਰ ਪ੍ਰਸਾਦੀ ਹਰ ਮਨ ਵਸਾਏ। ਜਿਹੜਾ ਗੁਰੂ ਦੀ ਕਿਰਪਾ ਨੂੰ, ਗੁਰੂ ਦੇ ਹੁਕਮ ਨੂੰ, ਗੁਰੂ ਦੇ ਬਚਨਾਂ ਨੂੰ, ਤੇ ਚਾਹੇ ਉਹ ਅਧਿਆਤਮਕ ਗੁਰੂ ਨਾਨਕ ਦੇ ਬਚਨ ਹਨ, ਤੇ ਚਾਹੇ ਕਿਸੇ ਉਸਤਾਦਾਂ ਦੇ ਕੋਲੇ ਕੰਮ ਸਿੱਖਣ ਜਾਂਦਾ ਬੱਚਾ, ਗੱਲ ਉਸਤਾਦ ਦੀ, ਗੁਰੂ ਦੀ ਮੰਨਣੀ ਪੈਣੀ ਆ। ਕਹੋ ਸਤਿਨਾਮ, ਫੇਰ ਹੀ ਕਾਮਯਾਬ ਹੋ ਸਕਦੇ ਆ। ਪ੍ਰੀਤਮ ਜੀ ਕਹਿੰਦੇ ਗੁਰੂ ਦੀ ਕਿਰਪਾ ਨੂੰ ਹਿਰਦੇ ਵਿੱਚ ਵਸਾ ਕੇ ਸਦਾ ਮੁਕਤ ਹਰ ਮਨ ਵਸਾਏ, ਫੇਰ ਉਹ ਜਿਉਂਦਾ ਹੀ ਮੁਕਤ ਹੋ ਸਕਦਾ। ਸਹਿਜੇ ਸਹਿਜ ਸਮਾਵਣਿਆ, ਸਹਿਜੇ ਹੀ ਪਰਮੇਸ਼ਰ ਵਿੱਚ ਸਮਾ ਸਕਦਾ ਹੈ, ਮਿਲ ਸਕਦਾ ਹੈ। ਬਹੁ ਕਰਮ ਕਮਾਵੇ ਮੁਕਤ ਨਾ ਪਾਏ। ਹੁਣ ਗੁਰੂ ਦੀ ਗੱਲ ਤਾਂ ਮੰਨੇ ਨਾ ਤੇ ਫੋਟੋਆਂ ਨੂੰ ਧੂਫਾਂ ਦੇਈ ਜਾਵੇ। ਮਾਸਟਰ ਸਕੂਲ ਵਿੱਚ ਪੜ੍ਹਾਉਂਦਾ, ਉਹ ਪੜ੍ਹਾਈ ਤਾਂ ਕਰੇ ਨਾ, ਮਾਸਟਰ ਦੀ ਫੋਟੋ ਘਰੇ ਲਾ ਕੇ ਧੂਫ ਦੇਈ ਜਾਵੇ, ਫਿਰ ਕਿਵੇਂ ਪੜ੍ਹੂਗਾ? ਕੋਈ ਸਤਿਨਾਮ। ਗੱਲ ਤਾਂ ਮਾਸਟਰ ਦੀ ਮੰਨਣੀ ਪੈਣੀ ਆ, ਉਸਤਾਦ ਦੀ, ਗੁਰੂ ਦੀ ਮੰਨਣੀ ਪੈਣੀ, ਫਿਰ ਹੀ ਗੱਲ ਬਣਨੀ ਹੈ ਨਾ। ਇਸ ਕਰਕੇ ਕਰਮ ਕਾਂਡਾਂ ਨੂੰ ਛੱਡ ਕੇ ਗੁਰੂ ਦੀ ਗੱਲ ਮੰਨਣੀ ਪੈਣੀ ਹੈ, ਸਿੱਧੀ ਜੀ ਗੱਲ ਹੈ। ਬਹੁ ਕਰਮ ਕਮਾਵੇ ਮੁਕਤ ਨ ਪਾਏ, ਦਿਸੰਤਰ ਭਵੈ ਦੂਜੈ ਭਾਏ ਖੁਆਏ। ਜਿਸ ਤਰ੍ਹਾਂ ਗੁਰ ਪਿਆਰਿਓ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਲ ਭਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨ ਛੁਟਕਿਓ, ਅਦ ਕੇ ਅਹਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨ ਜਾਈ। ਫਿਰ ਕਿਵੇਂ ਮਿਲੀਏ? ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮੈਨੂੰ ਗਿਆਨ ਦਿਓ, ਤੇ ਦਿੱਤੇ ਹੋਏ ਗਿਆਨ ਨੂੰ ਮੰਨਣਾ ਪੈਣਾ। ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ। ਕੀ ਲਿਖਿਆ ਪਾਤਸ਼ਾਹ ਨੇ? 100 ਗੇੜਾ ਆਓ ਜਾਓ, ਆਪਾਂ 2 ਟਾਈਮ ਹੀ ਆਉਂਦੇ ਹੋਵਾਂਗੇ। ਪਾਤਸ਼ਾਹ ਕਹਿੰਦੇ 100 ਗੇੜਾ ਮਾਰ ਜੇ, ਜੇ ਤੂੰ ਗੱਲ ਨਹੀਂ ਮੰਨਣੀ ਫਿਰ ਫਾਇਦਾ ਨਹੀਂ ਹੋਣਾ। ਕੋਈ ਸਤਿਨਾਮ ਸੀ। ਡਾਕਟਰ ਦੀ ਗੱਲ ਮੰਨ ਕੇ ਪਰਹੇਜ਼ ਰੱਖਣਾ ਪੈਣਾ, ਤਾਂ ਦਵਾਈ ਨੇ ਕੰਮ ਕਰਨਾ। ਗੁਰੂ ਦੀ ਗੱਲ ਮੰਨ ਕੇ ਮਰਜ਼ਾਦਾ ਵਿੱਚ ਆਉਣਾ ਪੈਣਾ, ਤਾਂ ਗੁਰੂ ਦੀ ਕਿਰਪਾ ਨੇ ਕੰਮ ਕਰਨਾ। ਕੋਈ ਸਤਿਨਾਮ। ਨਹੀਂ ਤਾਂ ਫਿਰ ਇੱਦਾਂ ਕਹਿਣਾ ਪਿਆ ਭਗਤਾਂ ਨੂੰ, ਗੁਰੂਆਂ ਨੂੰ, ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਵਜਾਈ ਹੈ ਫੂਕ। ਜਦੋਂ ਗੱਲ ਹੀ ਨਹੀਂ ਮੰਨਣੀ ਫਿਰ ਕੀ ਫਾਇਦਾ? ਕਿਸੇ ਮਹਾਂਪੁਰਸ਼ ਕੋਲ ਚਲਿਆ ਗਿਆ ਕੋਈ, ਕਹਿਣ ਲੱਗਿਆ ਮਹਾਰਾਜ ਗੱਲਬਾਤ ਸੁਣਾਓ ਰੱਬ ਦੀ। ਕਹਿੰਦੇ ਪਹਿਲਾਂ ਕਦੇ ਸੁਣੀ ਆ? ਕਹਿੰਦੇ ਜੀ ਨਹੀਂ। ਫਿਰ ਕਹਿੰਦੇ ਤੈਨੂੰ ਸਮਝ ਨਹੀਂ ਆਉਣੀ। ਦੂਜਾ ਕਹਿੰਦਾ ਜੀ ਗੱਲਬਾਤ ਸੁਣਾਓ। ਕਹਿੰਦੇ ਪਹਿਲਾਂ ਕਦੇ ਸੁਣੀ ਆ? ਕਹਿੰਦਾ ਜੀ ਰੋਜ਼ ਹੀ ਸੁਣਦੇ ਆ। ਫਿਰ ਕੀ ਫਾਇਦਾ? ਤੇਰੇ 'ਚ ਬਦਲਾਅ ਨਹੀਂ ਆਇਆ, ਤੈਨੂੰ ਸੁਣਾਉਣ ਦਾ ਕੀ ਫਾਇਦਾ? ਕੋਈ ਸਤਿਨਾਮ। ਅੰਧੇ ਏਕ ਨ ਲੱਗ ਗਈ, ਜੋ ਬਾਂਸ ਵਜਾਈ ਹੈ ਫੂਕ। ਜੇ ਸੁਣ ਕੇ ਇੱਧਰੋਂ ਇੱਧਰ ਦੀ ਕੱਢ ਦੇਣਾ, ਕਿਲੇ ਦੇ ਗੇਟ ਤੋਂ ਬਾਹਰ ਜਾ ਕੇ ਭੁੱਲ ਜਾਣਾ, ਫਿਰ ਸੁਣਾਉਣ ਦਾ, ਸੁਣਨ ਦਾ ਕੀ ਫਾਇਦਾ? ਇਸ ਕਰਕੇ ਬਾਬਾ ਜੀ ਕਹਿੰਦੇ ਦਿਸੰਤਰ ਭਵੈ, ਤੀਰਥਾਂ 'ਤੇ ਜਾਂਦਾ ਹੈ, ਦਸ਼ਾ ਦਿਸ਼ਾਵਾਂ ਵਿੱਚ ਭਟਕਦਾ ਜਾਂਦਾ ਹੈ, ਦੂਜੇ ਭਾਏ ਖੁਆਏ। ਪਰ ਦੂਜੇ ਭਾਏ ਦਵੈਤ ਭਾਵ ਨੂੰ ਛੱਡਦਾ ਨਹੀਂ ਗਾ। ਦਵੈਤ ਤੇ ਪ੍ਰੇਮ 2 ਸ਼ਬਦ ਹਨ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਜਿਹਨੇ ਪ੍ਰੇਮ ਪ੍ਰਾਪਤ ਨਹੀਂ ਕੀਤਾ, ਦਵੈਤ ਰੱਖੀ ਆ। ਦਵੈਤ ਦੂਜੇ ਭਾਏ ਖੁਆਏ, ਉਹ ਖੁਆਰ ਹੁੰਦਾ। ਬਿਰਥਾ ਜਨਮ ਗਵਾਇਆ ਕਪਟੀ, ਅੰਦਰੋਂ ਛਲ ਫਰੇਬ ਨਹੀਂ ਕੱਢਦਾ। ਕਪਟ ਛਲ ਫਰੇਬ ਨਹੀਂ ਕੱਢਦਾ। ਫਿਰ ਉਸਤਾਦ ਕਿਵੇਂ ਕਿਰਪਾ ਕਰੇਗਾ? ਗੁਰੂ ਕਿਵੇਂ ਕਿਰਪਾ ਕਰੇਗਾ? ਕਹੋ ਸਤਿਨਾਮ ਸੀ। ਅੰਦਰ ਕਪਟ ਹੈ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁੱਖ ਪਾਵਣਿਆ। ਸ਼ਬਦ ਨਾਲ ਜੁੜਦਾ ਨਹੀਂ, ਭਾਵ ਗੁਰੂ ਦੀ ਗੱਲ ਮੰਨਦਾ ਨਹੀਂ। ਗੱਲ ਤਾਂ ਮੰਨਣ ਦੀ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਕਿੰਨਾ ਸਪਸ਼ਟ ਲਿਖਿਆ ਹੋਇਆ। ਫਿਰ ਅੰਤਰਗਤ ਤੀਰਥ ਮਲ ਨਹਾਓ। ਫਿਰ ਕਹਿੰਦੇ ਬਾਹਰ ਜਾਣ ਦੀ ਲੋੜ ਨਹੀਂ, ਗਤੀ ਚਾਲ ਯਾਤਰਾ ਅੰਦਰ ਨੂੰ ਕਰਨੀ ਆ, ਫਿਰ ਬਾਹਰ ਨਹੀਂ ਜਾਣਾ। ਬਾਣੀ ਅੰਦਰ ਜਾਣ ਦੀ ਗੱਲ ਕਰਦੀ ਆ, ਅਸੀਂ ਬਾਹਰ ਨੂੰ ਭੱਜਦੇ ਹਾਂ। ਅੰਤਰਗਤ ਅੰਦਰ ਨੂੰ ਜਾਓ, ਤੀਰਥ ਮਲ ਨਹਾਓ। ਇਹ ਗੁਰੂ ਦੇ ਸ਼ਬਦ ਰੂਪੀ ਮਾਨ ਸਰੋਵਰ 'ਤੇ ਇਸ਼ਨਾਨ ਕਰੋ। ਇਸ ਤੀਰਥ ਵਿੱਚ ਨਹਾਓ। ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪ੍ਰੀਤਮ ਜੀ ਕਹਿੰਦੇ ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁੱਖ ਪਾਵਣਿਆ। ਧਾਵਤ ਰਾਖੈ ਠਾਕਰ ਹਾਏ। ਅੱਗੇ ਗੱਲ ਕਲੀਅਰ ਕਰਤੀ ਹੋਰ ਪਾਤਸ਼ਾਹ ਜੀ ਨੇ। ਕਹਿੰਦੇ ਹੁਣ ਭੱਜਦੇ ਹੋਏ ਨੂੰ ਰੋਕੋ। ਭੱਜਦਾ ਕੌਣ ਹੈ? ਸਿੱਧੇ ਤਾਂ ਉੱਠ ਕੇ ਭੱਜ ਨਹੀਂ ਪਏ ਤੁਸੀਂ। ਪਹਿਲਾਂ ਤੁਹਾਡਾ ਮਨ ਭੱਜਦਾ, ਸੁਰਤ ਭੱਜਦੀ ਹੈ, ਖਿਆਲ ਜਾਂਦਾ ਚੱਲੀਏ, ਫਿਰ ਉੱਠ ਕੇ ਤੁਰ ਪੈਂਦੇ ਹੋ। ਕੋਈ ਸਤਿਨਾਮ। ਗੁਰਬਾਣੀ ਕਹਿੰਦੀ ਇਸ ਦਾ ਧਾਵਨਾ ਬੰਦ ਕਰ, ਪਹਿਲਾਂ ਇਹਦੀ ਭਟਕਣਾ ਬੰਦ ਕਰ, ਇਹਦਾ ਭੱਜਣਾ ਬੰਦ ਕਰ।
जिथे बैठा उत्थे बैठा रहे, सिमरन नाल जुड़, बैठ के सिमरन कर। थिर कर बैसो हरजन प्यारे, सतगुर तुमरे काज सवारे, दुष्ट दूत परमेश्वर मारे, जन की पैज रखी करतारे। बादशाह सहसा बस कर दीने, अमृत नाम महारस पीने, निर्भव होए भजो भगवान, साध संगत मिल कीनो दान। संड परे प्रभ अंतर जामी, नान कोट बकरी प्रभ ते स्वामी। स्वामी कौन है? गुरु। गुरु की ओट फड़ी फिर परमेश्वर मिलिया। कहो सतनाम। स्वामी उस्ताद नूं गुरु नूं कहंदे आ। धावत राखै ठाकर हाए, इनू रोक के फिर गुरु की कृपा लै, गुर प्रसादी परम पद पाए। भावें इत्थे बैठे भी आपां हुण बैठे आ ना, तुहाडा पूरा ध्यान इत्थे है। ते जे इत्थे कोई आपदियां गल्लां करन लग जावे बैठ के, तो मेरा भी ध्यान उखड़दा, तुहाडा भी उखड़दा, क्योंकि तुहानूं आह गल सुननी बंद हो जू, उधर ध्यान वग जू खड़के वाल। कहो सतनाम श्री। इस करके इस नूं धावन तो रोक के, एक तो बाहर खड़का भी तुहाडे च कोई गल्लां करन लग पे दो जने बैठ के, एक तो वह खड़का, एक खड़का तुहाडे अंदर भी हो रहा है। बैठे इत्थे हो, टाइम हो गया, दुकान ते जाना सी, बाबा तो भोग ही नहीं पाउंदा। कहो सतनाम सी। वो भी खड़का है, वो खड़का ही बंद करना पऊगा। जे जाना तो जाओ, टाइम हो गया तो जाओ भाई, नहीं तो फिर इहनूं चुप कराओ भी चुप कर जा। धावत राखै ठाकर हाए, चुप करके बह जा, हजे टाइम नहीं होया। सतगुरु रामदास महाराज जी कोल जो श्री अमृतसर शहर वसाया ना, तो दुकानदार आए एक दिन इकट्ठे होके, क्योंकि पिंड विच पातशाह जी ने 4 सवेरे बाजार बनाते, डब्बी बाजार बनाता, तो आ सामने बाजार है हरमंदर के परले पासे बाजार बनाता। बाजारां दे विच अपने सिखां दे बच्चे रखे। जो कोई सिख आउंदा भी किन्ने बच्चे आ जी, 2 बच्चे आ, एक साडे कोले भेज दे, इत्थे घर भी देवांगे, दुकान भी देवांगे। की काम करदे हो जी? लोहे दा। एक जना साडे कोले रहो। तू की करदा जी? सोने दा काम है। एक बच्चा इत्थे भेज दे, उहनूं सुनानी दुकान पा देंगे। इहो पातशाह ने शहर वसाया, तो तरह तरह के काम सारे बच्चों नूं, सिखां दे बच्चों नूं, सिखां नूं रख के चालू कराए। हुण दुकानां तां पा लियां, काम ना चले। एक दिन इकट्ठे होकर दुकानदार आए, महाराज सानूं तुसीं इत्थे सद लिया, साडे पिंडां चों शहरां तो असीं इत्थे आके दुकानां पा लियां, ते गाहक तो आउंदा ही नहीं गा, ते गाह नूं वड्डे वड्डे काम करने आ, बच्चे वड्डे होणगे, वो भी विआहुणे आ, पढ़ाउणे आ, 100 काम है महाराज, पैसे बिना किवें सरूगा। ते सतगुरु रामदास पातशाह कहने तुहाडा नेम की आ? नितनेम की आ? नितनेम जी तड़के उठदे आ, दुकानां खोलने आ, सब करके बह जाने हत्थ ने, उस तरह घरे तुर जाने आ। ये नेम है साडा? कहंदे ये नेम नहीं ना, नेम बनाओ। महाराज की नेम बनाइए? कहंदे दुकानां दा समा रखो 10 बजे का। कहो सतनाम सी। एक टाइम बनो बाजार का भी, बाजार अपना 9 बजे खुलूगा या 10 बजे खुलू, अज भी 9-10 बजे तो पहला बाजार नहीं खुलता। कहो सतनाम सी। अमृतसर साहब का कहंदे जी, फिर कहंदे दुकानां खोलणियां, एक टाइम बन लो, 9 बजे का बन लो, 10 का बन लो, उस तो पहला तड़के अमृत वेले इत्थे आओ, उठ के इत्थे आके झाड़ू मारो, सेवा करो, इत्थे बैठ के बाणी पढ़ो। जिन्ना चिर 9 नहीं बजदे मन नूं इत्थे रखो, घरे नहीं जान देना। कहो सतनाम सी। धावत राखै ठाकर हाए, क्योंकि मन नूं कहता भी 9 बजे तो पहला दुकान ते नहीं जाना, उदों पहला आ नेम करना है। आपां नितनेम बनाओ सोडा, जब नितनेम बन गया फिर बहुत गाहक पैना। पातशाह दे बचन सीगे, उन्होंने उस तरह नेम बना लिया भी हुण तड़के उठण सार, कई तो दुकानदार इदां जांदे आ दुकान ते बई आके नहावांगे, पहला दुकान साफ करे, रेता पै जाऊगा। कहो सत नहीं, दुकान ते नहा के जाओ। कहो सतनाम, इशनान करके जाओ, भजन बंदगी करके जाओ दुकान ते। तो इस तरह गुरु प्यारिओ उन्होंने दुकानदारां ने फिर उस तरह नेम बनाया, तो वधिया काम हौली हौली उन्होंने चलन लग पिया। गुरु कृपा सदका अज भी वो रूटीन चलता है। कई जथे बने हुए आ श्री अमृतसर साहिब विखे, कई जथे तड़के प्रकाश वेले आउंदे आ, कई जथे उदों बाद परिक्रमा की धवाई करन वास्ते आउंदे आ, कई जथे उदों बाद उठियां हुई संगतां नूं जल पानी चाह दे लंगर छकाउंदे आ। इस तरह वो रूटीन चौथे पातशाह तो बनया होया चल रहा है। तो बाजार तुसीं देखोगे 9 बजे तो पहला बाजार खुला नहीं मिलूगा तुहानूं। कहो सतनाम सी।
ਧਾਵਤ ਰਾਖੈ ਠਾਕਰ ਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਇਸ ਭੱਜਦੇ ਮਨ ਨੂੰ ਰੋਕ ਕੇ ਬੈਠੋ ਗੁਰੂ ਦੀ ਕਿਰਪਾ ਲੈਣ ਵਾਸਤੇ। ਸਤਿਗੁਰ ਆਪੇ ਮੇਲ ਮਿਲਾਏ, ਗੁਰੂ ਕਿਰਪਾ ਕਰੇਗਾ। ਮਿਲ ਪ੍ਰੀਤਮ ਸੁਖ ਪਾਵਣਿਆ, ਤੁਸੀਂ ਆਪਣੇ ਮਨ ਨੂੰ ਪ੍ਰੀਤਮ ਨਾਲ ਮੇਲੋ, ਪ੍ਰੀਤੀ ਪਾਓ। ਪ੍ਰੀਤਮ ਕੀ ਹੁੰਦਾ ਹੈ? ਬਹੁਤ ਪਿਆਰਾ। ਤੇ ਇਸ ਤਰ੍ਹਾਂ ਉਸ ਪ੍ਰੀਤਮ ਨੂੰ ਮਿਲ ਕਰਕੇ ਉਹਦੇ ਨਾਲ ਜੁੜਨਾ ਕਰੋ। ਅੱਗੇ ਪਾਤਸ਼ਾਹ ਕਹਿੰਦੇ, ਇੱਕ ਕੂੜ ਲਾਗੇ ਕੂੜੇ ਫਲ ਪਾਏ। ਉਹ ਸੱਚ ਨਾਲ ਜੁੜਨ ਦੀ ਗੱਲ ਸੀ, ਪਰ ਦੁਨੀਆ ਦੀ ਗੱਲ ਅਗਲੇ ਪਲੇ ਵਿੱਚ ਕਰਦੇ ਆ। ਕਹਿੰਦੇ ਦੁਨੀਆ ਝੂਠ ਨਾਲ ਜੁੜੀ ਹੋਈ ਆ, ਝੂਠ ਨਾਲ ਜੁੜ ਕੇ ਝੂਠਾ ਹੀ ਫਲ ਪ੍ਰਾਪਤ ਕਰ ਰਹੀ ਆ। ਦੂਜੇ ਭਾਏ ਬਿਰਥਾ ਜਨਮ ਗਵਾਏ, ਦਵੈਤ ਭਾਵਨਾ ਕਰਕੇ। ਦੂਜਾ ਭਾਵ ਕੀ ਹੈ? ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੋਐ ਭਾਏ ਬਿਗੁਚੀਐ ਗਲ ਪਈ ਸੋ ਜਮ ਕੀ ਫਾਸ। ਤੇ ਫਿਰ ਜੇਹਾ ਬੀਜੈ ਸੋ ਲੁਣਾ, ਮੱਥੈ ਜੋ ਲਿਖਿਆ। ਇੱਕ ਕੂੜੇ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ। ਆਪ ਡੁੱਬੇ ਸਗਲੇ ਕੁੱਲ ਡੋਬੇ, ਕੂੜ ਬੋਲ ਵੇਖਾਵਣਿਆ। ਜਿਹੜਾ ਕੂੜ ਹੈ, ਝੂਠ ਹੈ, ਇਸ ਦੇ ਨਾਲ ਕਹਿੰਦੇ ਆਪਣਾ ਜੀਵਨ ਵੀ ਖਰਾਬ, ਆਪਣੇ ਪਰਿਵਾਰ ਦਾ ਵੀ ਖਰਾਬ ਕਰ ਦਿੰਦਾ ਮਨੁੱਖ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਇਸ ਤਨ ਦੇ ਵਿੱਚੋਂ ਮਨ ਨੂੰ ਦੇਖੋ। ਹੁਣ ਮਨ ਹੌਲੀ ਹੌਲੀ ਦਿਖਾਈ ਦੇਣ ਲੱਗ ਜੂ, ਹਜੇ ਦਿਸਦਾ ਨਹੀਂ ਨਾ, ਕਿਉਂਕਿ ਮਨ ਦਾ ਕੋਈ ਸਰੂਪ ਨਹੀਂ ਹੈਗਾ। ਪਰ ਦਿਖਾਈ ਕਿਵੇਂ ਦਿੰਦਾ? ਉਸੇ ਤਰ੍ਹਾਂ ਜਿਵੇਂ ਮੈਂ ਬੇਨਤੀ ਕੀਤੀ ਵੀ ਤੁਸੀਂ ਬੈਠੇ ਹੋ, ਕਥਾ ਸੁਣ ਰਹੇ ਹੋ, ਕੀਰਤਨ ਸੁਣ ਰਹੇ ਹੋ, ਜਾਂ ਨਿਤਨੇਮ ਕਰ ਰਹੇ ਹੋ। ਬੈਠੇ ਬੈਠੇ ਤੁਹਾਡੇ ਅੰਦਰ ਇੱਕ ਫੁਰਨਾ ਬਣਦਾ, ਚੱਲ ਬੰਦ ਕਰ, ਚੱਲ ਗਏ ਯਾਰ, ਬਹੁਤ ਚਿਰ ਹੋ ਗਿਆ। ਉਹ ਮਨ ਹੈ, ਕਹੋ ਸਤਿਨਾਮ। ਉਸ ਮਨ ਨੂੰ ਫਿਰ ਸਮਝਾਉਣਾ ਵੀ ਨਹੀਂ ਆ ਪੂਰਾ ਤਾਂ ਕਰ ਲਈਏ, ਹੁਣ ਫਿਰ ਚੱਲਦੇ ਹਾਂ। ਹੌਲੀ ਹੌਲੀ ਇਹ ਮਨ ਮੰਨ ਜਾਂਦਾ, ਇਹ ਅੰਦਰ ਹੀ ਆ ਸਾਡੇ। ਗੁਰਮੁਖੀ ਇਸ ਮਨ ਨੂੰ ਪ੍ਰਤੱਖ ਕਰਕੇ ਦੇਖ ਲੈਂਦਾ ਕਿ ਇਹ ਮਨ ਦਾ ਸੁਭਾਅ ਹੈ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਭਾਏ ਭਗਤ। ਜਦੋਂ ਪ੍ਰੇਮਾ ਭਗਤੀ ਕਰਦਾ, ਜਦੋਂ ਡੁੱਬ ਜਾਂਦਾ ਪਰਮੇਸ਼ਰ ਦੀ ਭਗਤੀ ਵਿੱਚ, ਪ੍ਰੇਮ ਦੇ ਵਿੱਚ, ਫਿਰ ਇਹਨੂੰ ਉਹ ਦਿਖਾਈ ਦੇਣ ਲੱਗ ਜਾਂਦਾ ਪ੍ਰਤੱਖ ਰੂਪ ਦੇ ਵਿੱਚ। ਜਾਂ ਹਉ ਮੈਂ ਸੁੱਖ ਹੈ, ਤੇ ਜਦੋਂ ਪ੍ਰੇਮਾ ਭਗਤੀ ਕਰਦਾ ਫਿਰ ਮਨ ਦੀ ਭੱਜ ਦੌੜ ਖਤਮ ਹੋ ਜਾਂਦੀ ਹੈ, ਇਹਦਾ ਹੰਕਾਰ ਖਤਮ ਹੋ ਜਾਂਦਾ। ਫਿਰ ਹਉ ਮੈਂ, ਹੰਕਾਰ, ਸੁੱਖ ਹੈ, ਸੁੱਖ ਲੈਣਾ ਖਤਮ ਕਰ ਦੇਣਾ। ਇਹ ਪ੍ਰੇਮਾ ਭਗਤੀ ਹੰਕਾਰ ਨੂੰ ਖਾ ਜਾਂਦੀ ਹੈ, ਖਤਮ ਕਰ ਜਾਂਦੀ ਹੈ। ਦੋਨੇ ਇਕੱਠੇ ਨਹੀਂ ਰਹਿੰਦੇ। ਹਉ ਮੈਂ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾਏ। ਭਾਏ ਭਗਤ ਜਾਂ ਹਉ ਮੈਂ ਸੁੱਖ ਹੈ, ਸਿੱਧ ਸਾਧ ਕਮਾਉਣ ਧਾਰੀ ਰਹੇ ਲਿਵ ਲਾਏ। ਤੇ ਵੈਸੇ ਦੂਜੇ ਕਰਮਕਾਂਡ ਕਰਨ ਵਾਲਿਆਂ ਨੂੰ ਮਨ ਨਹੀਂ ਦਿਸਿਆ ਹਜੇ। ਇਹ ਪ੍ਰੇਮਾ ਭਗਤੀ ਤੋਂ ਬਗੈਰ ਨਹੀਂ ਦਿਸਦਾਗਾ ਕੀ ਕਰਦਾ ਕੀ ਨਹੀਂ ਕਰਦਾ। ਕਹਿੰਦੇ ਜਿਹੜੇ ਲੋਕ ਕਰਮਕਾਂਡ ਕਰਦੇ ਆ, ਸਿੱਧ ਸਾਧ ਕਮਾਉਣ ਧਾਰੀ, ਚੁੱਪ ਕਰਕੇ ਬੈਠੇ ਆ, ਲਿਵ ਲਾਏ। ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ। ਭਾਵ ਗੁਰੂ ਦੀ ਕਿਰਪਾ ਤੋਂ ਬਗੈਰ ਸਮਝ ਨਹੀਂ ਆਉਣੀਗੀ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾ ਸੋ ਸੰਗ ਨ ਛੁਟਕਿਓ। ਅਦ ਕੇ ਅਹਮ ਬੁੱਧ ਵਾਧੇ, ਪਿਆਰੇ ਇਨ ਬਿਦ ਮਿਲ ਨ ਜਾਈ। ਮੈਂ ਕੀਏ ਕਰਮ ਅਨੇਕਾਂ। ਇਹ ਕੰਮ ਆਪਦੀ ਮਨਮਤ ਨਾਲ ਕੀਤੇ, ਸਾਰੇ ਮਨ ਮਰਜ਼ੀ ਨਾਲ ਕੀਤੇ ਸੀ। ਗੁਰੂ ਵਾਲਾ ਕਾਹਦੇ ਵਾਸਤੇ ਬਣਨਾ ਯਾਰ? ਦਿਲ ਸਾਫ਼ ਹੋਣਾ ਚਾਹੀਦਾ। ਇੰਦਾ ਨਹੀਂ ਗੱਲ ਬਣਨੀ, ਗੁਰੂ ਨੂੰ ਪੁੱਛਣਾ ਹੀ ਪੈਣਾ ਹੈ। ਗੱਲ ਨਹੀਂ ਬਣਨੀ ਗੁਰੂ ਤੋਂ ਬਗੈਰ। ਪੁੱਛੋ ਬ੍ਰਹਮੈ ਨਾਰਦੈ, ਗੁਰਬਿਨ ਤਰਿਆ ਨਾ ਕੋਏ। ਅੱਜ ਤੱਕ ਜਿੰਨੇ ਵੀ ਰਿਸ਼ੀ ਮੁਨੀ ਵੱਡੇ ਵੱਡੇ ਹੋਏ ਆ, ਉਹਨਾਂ ਨੇ ਗੁਰੂ ਦੇ ਕੋਲੋਂ ਮਾਰਗ ਦਰਸ਼ਨ ਲਿਆ, ਫਿਰ ਗੱਲ ਬਣੀ ਆ ਉਹਨਾਂ ਦੀ। ਸੁਖਦੇਵ ਮੁਨੀ ਨੂੰ, ਜਿਹਦੀ ਬੜੀ ਤਪੱਸਿਆ ਸੀ, ਪਰ ਗੁਰੂ ਵਾਲਾ ਬਣਨ ਤੋਂ ਪਹਿਲਾਂ ਉਹਨੂੰ ਵੀ ਗਿਆਨ ਨਹੀਂ ਹੋਇਆ ਅਸਲੀ। ਕੋ ਸਤਨਾਮ ਸੀ। ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ। ਤਿੰਨ ਪੀ ਤਨ ਮਹਿ ਮਨ ਨਾ ਦਿਖਾਵਣਿਆ। ਉਹਨਾਂ ਨੂੰ ਅਨੁਭਵ ਨਹੀਂ ਹੋਇਆ ਕਿ ਮਨ ਕੀ ਹੈ ਤੇ ਗੁਰਮਤ ਕੀ ਹੈ। ਗੁਰੂ ਦੀ ਮੱਤ ਹੀ ਦਿਖਾਉਂਦੀ ਹੈ। ਆਓ ਗੁਰੂ ਨਾਲ ਜੁੜੀਏ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ। ਕਹਿਣ ਲੱਗੇ ਇਹ ਸਭ ਪਰਮੇਸ਼ਰ ਦੀ ਖੇਡ ਹੈ। ਜਦ ਪਰਮੇਸ਼ਰ ਨਾਲ ਜੁੜਾਂਗੇ ਤਾਂ ਗੁਰੂ ਦੀ ਕਿਰਪਾ ਸਦਕਾ ਉਹ ਆਪਣੀ ਖੇਡ ਨੂੰ ਸਾਨੂੰ ਸਮਝਾ ਵੀ ਦਿੰਦਾ ਹੈ। ਕਬੀਰ ਜੋ ਤੋ ਖੇਲ ਪਰਮ ਕੀ। ਜੇ ਤੂੰ ਖੇਡਣਾ ਹੀ ਚਾਹਣਾ ਹੈ ਤਾਂ ਪਾਕੇ ਸੇਤੀ ਖੇਲ। ਫਿਰ ਗੁਰੂ ਨਾਲ ਕਿਉਂ ਨਾ ਜੁੜੇ ਤੂੰ ਯਾਰ? ਫਿਰ ਐਵੇਂ ਕੱਚਿਆਂ ਪਿੱਲਿਆਂ ਕੋਲੇ ਕੀ ਲੈਣ ਜਾਣਾ? ਜੀਵਨ ਤਾਂ ਲਾਉਣਾ ਹੀ ਆ। ਫਿਰ ਤੂੰ ਇੱਧਰ ਸੱਚੇ ਤੇ ਲਾ। ਸੌਦਾ ਲੈਣਾ ਕੋਈ ਉਹ ਲਾਓ ਜਿਹਦੇ ਵਿੱਚ ਘਾਟਾ ਨਾ ਪਵੇ।
कबीर जो तो खेल परम की पाकै सेती खेल, काची सरसों पेल कै ना खल पई ना तेल। नानक कच्चड़ियां स्यों तोड़, ढूंढ सज्जन संत पक्किया, ओए जीवंदे विछड़े ओए मोया ना जाही छोड़। वो जिउंदे छड्ड जाणगे। आ करोना वेले छड्डिया ही ना, कोई मरीज मर गया हस्पताल च, भाई तुहाडा मर गया लै जाओ, नहीं भी तुसी आप ही संस्कार कर दिओ, असीं नहीं हत्थ लाउणा, क्यों सानू हो जाऊगा। कहो सतनाम। ते बाबे ने किद्दे ना लिखिया बाणी च, कहंदे जिउंदे नूं छड्ड जाणगे ते इह मरण तो बाद भी संभालेगा। कहो सतनाम श्री। नानक कच्चड़ियां स्यों तोड़ तोड़, ढूंढ सज्जन संत पक्किया, ओए जीवंदे विछड़े ओए मोया ना जाही छोड़। प्रीतम जी आखिरी परे विच कहंदे, आप कराए करता सोई। ये सब परमेश्वर दे हुक्म अंदर हो रहा है। होर के करे कीता क्या होई, तेरा कीता नहीं होना, तू गुरु नूं कह दे, गुरु कर सकदा है। नानक जिस नाम देवै सो लेवै, नामो मन वसावणिया। आओ गुरु दे कोलों नाम दी दात प्राप्त करिए। जे सानू दे देवे, असीं तां रोज़ कहने अमृत छको। आ पूर्णमाशी आ रही है, दमदमा साहिब विखे पूर्णमाशी दे इत्थों गड्डियां भी जाणियां, जिन्हां ने जाना होवे अमृत छकण वास्ते। असीं तां कहना प्रचार करना थां थां हो रहा है, अमृत छकाया भी जा रहा है, पर बई अगे जाणगे तां उही जिन्हां दे भागां विच गुरु देवेगा। कहो सतनाम सी। असीं तां अपनी ड्यूटी बजाउणी है, तुहानूं दसना है कदों किहड़ा काम हो रहा है, अगे वो करना जां ना करना, ये सोडी मर्जी है। ते सोडी मर्जी दे उत्ते सोडे भागां दी मर्जी आ। कहो सतनाम सी। हाँ जे तुसीं अरदास करो तो गुरु दात दे भी दिंदा, गुरु किरपा करन। आखिरी विचारा, आप कराए करता सोई, होर के करे बंदे दी मर्जी नहीं चलदी। कीता क्या होई, आपां तां ओहदे कीते होए आ, आपां ओहदे कीते होए आ, साडे उत्ते करता ओह है, ਉਹ ਜਿਵੇਂ ਚਾਹੁੰਦਾ ਹੈ ਆਪਾਂ ਨੂੰ ਚਲਾਉਂਦਾ ਹੈ। ਇੱਕ ਪਹਿਲਾਂ ਨਾ ਪੁਤਲੀਆਂ ਦੀਆਂ ਖੇਡਾਂ ਹੁੰਦੀਆਂ, ਕੱਪੜਿਆਂ ਦੀਆਂ ਗੁੱਡੀਆਂ ਗੁੱਡੇ ਜੇ ਬਣਾ ਕੇ ਹਲਕੇ ਹਲਕੇ, ਉਹਨਾਂ ਨਾਲ ਬਰੀਕ ਜੀ ਪਲਾਸਟਿਕ ਦੀ ਤਾਰ ਬੰਨੀ ਹੁੰਦੀ, ਤੇ ਉਹ ਤਾਰ ਦੇ ਵਿੱਚ ਪਾ ਕਰਕੇ ਤੇ ਉਹਨਾਂ ਨੂੰ ਖਿਡਾਉਣ ਵਾਲੇ ਦੇ ਉਂਗਲਾਂ ਦੇ ਪੋਟਿਆਂ ਨਾਲ ਉਹ ਤਾਰ ਜੋੜੀ ਹੁੰਦੀ, ਤੇ ਜਿਵੇਂ ਇੱਥੋਂ ਉਂਗਲਾਂ ਹਿਲਾਉਂਦਾ ਉਵੇਂ ਉਹ ਗੁੱਡੇ ਜੇ ਹਟਦੇ। ਤਾਂ ਗੁਰੂ ਪਿਆਰਿਓ, ਉਹ ਤਾਰ ਦਿਖਾਈ ਨਹੀਂ ਦਿੰਦੀ। ਇਸੇ ਤਰ੍ਹਾਂ ਪਰਮੇਸ਼ਰ ਹੁਕਮ ਨਾਲ ਸਾਨੂੰ ਖਿਡਾ ਰਿਹਾ, ਸਾਨੂੰ ਹੁਕਮ ਦਿਖਾਈ ਨਹੀਂ ਦਿੰਦਾ। ਕਹੋ ਸਤਨਾਮ। ਜਿਵੇਂ ਪੁਤਲੀਆਂ ਦੀ ਖੇਡ ਹੁੰਦੀ ਸੀ ਨਾ, ਉਹ ਐਦਾਂ ਉਂਗਲਾਂ ਹਿਲਾਈ ਜਾਂਦਾ ਆਪਣੀਆਂ ਪੰਜੇ ਦਸੇ, ਤੇ ਜਿਵੇਂ ਉਹ ਹਿਲਾਉਂਦਾ ਤੇ ਉਹ ਪੁਤਲੀਆਂ ਕੋਈ ਡਿੱਗ ਪਈ, ਕੋਈ ਖੜੀ ਹੋ ਗਈ, ਕੋਈ ਹੱਲਣ ਲੱਗ ਪਈ, ਕੋਈ ਨੱਚਣ ਲੱਗ ਪਈ। ਵੇਖਣ ਵਾਲੇ ਖੁਸ਼ ਹੁੰਦੇ ਸੀਗੇ ਵੀ ਕਿਵੇਂ ਨੱਚਦੀਆਂ, ਪਰ ਨਹੀਂ, ਇਹਨਾਂ ਦੇ ਪਿੱਛੇ ਨਚਾਉਣ ਵਾਲਾ ਕੋਈ ਹੋਰ ਹੈ। ਕਹੋ ਸਤਨਾਮ। ਹੁਕਮ ਹੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਬੇਪਰਵਾਹੋ। ਤੇ ਵੇਖ ਵੇਖ ਕੇ ਖੁਸ਼ ਹੁੰਦਾ ਹੈ। ਪ੍ਰੀਤਮ ਜੀ ਕਹਿੰਦੇ, ਹੋਰ ਕੇ ਕਰੇ ਤੂੰ ਕੀ ਕਰੇਗਾ, ਕੀਤਾ ਕਿਆ ਹੋਈ, ਤੇਰਾ ਕੀਤਾ ਨਹੀਂ ਹੋਣਾ। ਫਿਰ ਤੂੰ ਗੁਰੂ ਨੂੰ ਕਹਿ, ਨਾਨਕ ਜਿਸ ਨਾਮ ਦੇਵੈ ਸੋ ਲੈਵੈ, ਨਾਮੋ ਮਨ ਵਸਾਵਣੀ। ਉਹ ਗੁਰੂ ਕਿਰਪਾ ਕਰਕੇ ਤੈਨੂੰ ਨਾਮ ਦੀ ਦਾਤ ਦੇਵੇ, ਫਿਰ ਤੂੰ ਨਾਮ ਜਪੇਗਾ, ਫਿਰ ਗੁਰੂ ਤੇਰੇ ਕਾਰਜ ਕਰੇਗਾ। ਕਹੋ ਸਤਨਾਮ। ਰਹਿੰਦੀਆਂ ਵਿਚਾਰਾਂ ਫਿਰ ਕਰਾਂਗੇ। बहुत बहुत धन्यवाद। अगला शब्द इसे विषय ते लड़ीवार पातशाह लिखते हैं, माज महला तीजा। इस गुफा में अखुट भंडारा। हुण अंदरली खेड दसदे आ भी तेरे शरीर विच बहुत कुछ रखिया होया, टैलेंट तुहाडे अलग अलग टैलेंट है। कोई डॉक्टर बन गया, कोई मास्टर बन गया। छोटे बच्चे विचों प्रतख होण लग जाते हैं हौली हौली भी ये गांह जाके की बन सकदा। कहो सतनाम सी। पर उन्हां गुणां नूं मैं पंजाबी च गुण कह दिया, अंग्रेजी च होर शब्द है। पंजाबी च पातशाह जी कहंदे, आत्म राम प्रगास गुर ते होवै, हमें मैं लागी गुर शब्दी धोवै, मन निर्मल अन दिन भगती राता भगत करे हर पावनिया। जिवें जिवें जी भगती करेगा गुरु कृपा लैके, तिवें तिवें इस दियां सारियां ही कारज रास हुंदे जांदे आ, परमेश्वर की प्राप्ति हो जाती आ। नानक जिस नाम देवै सो लेवै, नामो मन वसावणिया। अगला शब्द, इस गुफा में अखुट भंडारा, तिस विश्वसै हर अलख अपारा। आपे गुप्त प्रगट है आपे। अनपढ़ा विच पढ़ाई गुप्त पई है, पढ़िया लिखिया च प्रगट करती। कहो सतनाम। इस तरह परमेश्वर सारियां विच है, किसे विचों गुरु ने प्रगट करता। गुरु नानक जी ने अंगद देव चों प्रगट करता, गुरु अंगद देव जी ने अमरदास चों प्रगट करता, उन्होंने रामदास चों प्रगट करता। भरा तां उन्हां दे
ਹੋਰ ਵੀ ਸੀਗੇ, ਕੋਈ ਸਤਨਾਮ ਸੀ। ਰਾਮਦਾਸ ਜੀ ਨੇ ਅਰਜਨ ਦੇਵ ਚੋਂ ਪ੍ਰਗਟ ਕਰਤਾ, ਭਰਾ ਤਾਂ ਪ੍ਰਿਥੀ ਚੰਦ ਵੀ ਨਾਲ ਹੀ ਸੀਗਾ, ਕੋਈ ਸਤਨਾਮ। ਗੁਰੂ ਹਰ ਰਾਏ ਸਾਹਿਬ ਜੀ ਦਾ ਪੁੱਤਰ ਰਾਮ ਰਾਏ, ਤੇ ਉਹ ਪਾਵਰ ਚੌਥੇ 8ਵੇਂ ਪਾਤਸ਼ਾਹ ਤੋਂ ਪ੍ਰਗਟ ਕਰਤੀ, ਹਰਕ੍ਰਿਸ਼ਨ ਚੋਂ ਪ੍ਰਗਟ ਕਰਤੀ। ਤਾਂ ਗੁਣ ਤਾਂ ਸਾਰਿਆਂ ਵਿੱਚ ਰੱਖੇ ਨਾ। ਇਸ ਗੁਫਾ ਮੈਂ ਅਖੁੱਟ ਭੰਡਾਰਾ, ਤਿਸ ਵਿੱਚ ਵਸਿਆ ਹਰ ਲੱਖ ਪਾਰਾ। ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਬੰਝਾਵਣਿਆ। ਗੁਰੂ ਦੀ ਕਿਰਪਾ ਨਾਲ ਹੀ ਪ੍ਰਗਟ ਹੁੰਦਾ, ਜਦੋਂ ਆਪਣੇ ਆਪ ਨੂੰ ਗੁਰੂ ਨਾਲ ਜੋੜਦੇ ਹਾਂ। ਬਹੁਤ ਬਹੁਤ ਧੰਨਵਾਦ। ਅਗਲੇ ਸ਼ਬਦ ਦੇ ਵਿਚਾਰ ਗੁਰੂ ਕਿਰਪਾ ਕਰੇ ਫਿਰ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।